ਅੱਜ ਜਦੋਂ ਆਪਾਂ ਦੇਖਦੇ ਹਾਂ ਦੂਜੇ ਹਿੱਸੇ ਦੇ ਵਿੱਚ, ਤੇ ਆਪਾਂ ਅੱਗੇ ਵੱਧ ਕੇ ਦੇਖਦੇ ਹਾਂ ਕਿ ਜਦੋਂ ਸਭ ਕੁਝ ਹੋ ਹਟਦਾ ਹੈ ਐਫਐਸਐਸ ਦੇ ਵਿੱਚ। ਪੌਲ ਨੇ 2 ਸਾਲ ਲਾਏ ਐਫਐਸਐਸ ਦੇ ਰਹਿ ਕੇ, ਉਸ ਸ਼ਹਿਰ ਦੇ ਵਿੱਚ, ਐਫਐਸਐਸ ਦੇ ਸ਼ਹਿਰ ਦੇ ਵਿੱਚ 2 ਸਾਲ ਉੱਥੇ ਲਾਏ। ਕਾਹਦੇ ਵਾਸਤੇ ਲਾਏ? ਉਹਨੇ ਇਸ ਵਾਸਤੇ ਉੱਥੇ ਲਾਏ ਕਿ ਜਿਹੜੇ ਵਿਸ਼ਵਾਸੀ ਸੀਗੇ ਉਹਨਾਂ ਨੂੰ ਮਜ਼ਬੂਤ ਕਰੀਏ, ਉਹਨਾਂ ਨੂੰ ਮਜ਼ਬੂਤ ਕਰੀਏ ਕਿ ਉਹ ਮਜ਼ਬੂਤ ਹੋ ਕੇ ਪ੍ਰਭੂ ਦੇ ਵਿੱਚ ਜ਼ਿਆਦਾ ਗਿਆਨ ਪਾਉਣ, ਔਰ ਉਹਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਚੇਲੇ ਬਣ। ਕਿਉਂਕਿ ਬਹੁਤ ਸਾਰੇ ਲੋਕ ਕੀ ਹੁੰਦੇ ਕਿ ਇਕੱਠ ਦੇ ਵਿੱਚ ਮਸੀਹ ਹੁੰਦੇ ਆ, ਹੈ ਨਾ, ਵੀ ਅਸੀਂ ਮਸੀਹ ਹਾਂ, ਪਰ ਚੇਲੇ ਨਹੀਂ ਹੁੰਦੇ ਗੇ। ਪ੍ਰਭੂ ਨੇ ਸਾਨੂੰ ਚੇਲੇ ਬਣ ਦੇ ਬਾਰੇ ਆਖਿਆ ਸੀਗਾ। ਜਿਸ ਦਿਨ ਅਸੀਂ ਪੱਕੇ ਪ੍ਰਭੂ ਯਿਸੂ ਮਸੀਹ ਦੇ ਚੇਲੇ ਬਣ ਲੱਗ ਗਏ ਸਾਡੀ ਜ਼ਿੰਦਗੀ ਦੇ ਵਿੱਚ, ਇੱਕ ਤਾਂ ਸਾਡੇ ਜੀਵਨ ਵਿੱਚ ਬਦਲਾਅ ਆਊਗਾ, ਅਤੇ ਇੱਕ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਆਪਾਂ ਕਹਿੰਦੇ ਨੀਂਹ ਕੇ ਫਾਊਂਡੇਸ਼ਨ ਜਿਹੜਾ ਹੁੰਦਾ ਨਾ, ਉਹ ਮਜ਼ਬੂਤ ਹੋਊਗਾ। ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਹਾਲਾਤਾਂ ਹੁੰਦੀਆਂ ਰਹਿੰਦੀਆਂ ਜਿਹੜੀਆਂ ਸਾਨੂੰ ਹਿਲਾ ਦਿੰਦੀਆਂ ਹੁੰਦੀਆਂ, ਪਰ ਜੇਕਰ ਅਸੀਂ ਉਹਦੇ ਚੇਲੇ ਹੋਵਾਂਗੇ, ਫਿਰ ਕਿਸ ਤਰ੍ਹਾਂ ਦੇ ਵੀ ਹਾਲਾਤ ਸਾਡੀ ਜ਼ਿੰਦਗੀ ਦੇ ਵਿੱਚ ਹੋਵੇ, ਅਸੀਂ ਛੇਤੀ ਹਿੱਲਣ ਵਾਲੇ ਨਹੀਂ ਹੁੰਦੇ। ਕਿਉਂਕਿ ਸਾਨੂੰ ਪਤਾ ਹੈ ਕਿ ਸਾਡਾ ਵਿਸ਼ਵਾਸ ਕਿਹਦੇ ਉੱਤੇ ਆ, ਔਰ ਪ੍ਰਭੂ ਯਿਸੂ ਮਸੀਹ ਦੇ ਉੱਤੇ ਆ। ਠੀਕ ਹੈ ਨਾ। ਸੋ ਸੰਤ ਪੌਲਸ ਨੇ 2 ਸਾਲ, ਜਿਹੜਾ ਹਿੱਸਾ ਆਪਾਂ ਜੇ ਨਹੀਂ ਪੜ੍ਹਿਆ, ਆਪਾਂ 8 ਤੋਂ 11 ਤੋਂ ਸ਼ੁਰੂ ਕੀਤਾ ਹੈ, ਪਰ ਜੇ ਆਪਾਂ 8ਵੀਂ ਐਡ ਵਿੱਚ ਤੋਂ ਪੜ੍ਹਾਂਗੇ ਤਾਂ ਆਪਾਂ ਨੂੰ ਉੱਥੇ ਮਿਲਦਾ ਆ ਕਿ 2 ਸਾਲ ਐਫਐਸਐਸ ਦੇ ਵਿੱਚ ਸੰਤ ਪੌਲਸ ਨੇ ਉੱਥੇ ਉਹਨਾਂ ਨੂੰ ਚੇਲੇ ਬਣਾਇਆ, ਰਾਈਟ। ਔਰ ਅੱਜ ਦੇ ਹਵਾਲੇ ਦੇ ਵਿੱਚ ਜਿਹੜੀ ਖਾਸ ਗੱਲ ਹੈ, ਉੱਥੇ ਇਹ ਲਿਖਿਆ ਹੈ ਕਿ ਪਰਮੇਸ਼ਵਰ ਨੇ, ਹੈ ਨਾ, ਪਰਮੇਸ਼ਵਰ ਨੇ ਉੱਥੇ ਇੰਗਲਿਸ਼ 'ਚ ਕਿਹਾ ਹੈ ਐਕਸਟਰਾ ਆਰਡੀਨਰੀ ਮਿਰੇਕਲਸ। ਐਕਸਟਰਾ ਆਰਡੀਨਰੀ, ਹੁਣ ਮੈਨੂੰ ਅੰਜਨਾ ਐਕਸਟਰਾ ਆਰਡੀਨਰੀ ਨੂੰ ਕੀ ਕਹਾਂਗੇ? ਸਧਾਰਨ, ਮਤਲਬ ਸਧਾਰਨ ਨਹੀਂ ਸੀਗੇ, ਕੁਝ ਅਸਧਾਰਨ। ਹਾਂ, ਜਾਨੀ ਕਿ ਇੱਕ ਨਾਰਮਲ, ਇੱਕ ਸਧਾਰਨ ਸੀਗੇ, ਉਸ ਤੋਂ ਕੁਛ ਅਲੱਗ ਸੀਗੇ, ਹੈ ਨਾ, ਕੁਛ ਅਲੱਗ ਸੀਗੇ, ਹੈ ਨਾ। ਸੋ ਇਹੋ ਜਿਹੇ ਚਮਤਕਾਰ ਕੰਮ ਉੱਥੇ ਪਰਮੇਸ਼ਵਰ ਨੇ ਸੰਤ ਪੌਲਸ ਦੇ ਹੱਥੀਂ ਲਿਖਿਆ, ਥਰੂ ਦ ਹੈਂਡਸ ਆਫ ਪੌਲ। ਪਰ ਸੰਤ ਪੌਲਸ ਦੇ ਹੱਥਾਂ ਵਿੱਚ ਦੀ, ਜਾਨੀ ਕਿ ਉਹਦੇ ਰਾਹੀਂ, ਉਹਦੇ ਜ਼ਰੀਏ ਪਰਮੇਸ਼ਵਰ ਨੇ ਇਹ ਸਾਰੇ ਕੰਮ ਕੀਤੇ। ਅੱਜ ਦਾ ਜੋ ਮੇਰਾ ਟਾਈਟਲ ਹੈ ਮੈਸੇਜ ਦਾ, ਇਹ ਆ ਕਿ ਇੰਗਲਿਸ਼ 'ਚ ਹੈਗਾ ਵੈਨ ਗੋਡ ਮੂਵਸ। ਜਦੋਂ ਪਰਮੇਸ਼ਵਰ ਆਪਦਾ ਕੰਮ ਕਰਦਾ ਹੈ, ਜਦੋਂ ਪਰਮੇਸ਼ਵਰ ਆਪਦਾ ਕੰਮ ਕਰਦਾ ਹੈ, ਉਹਦੇ ਵਿੱਚ ਅੱਜ ਆਪਾਂ 3 ਗੱਲਾਂ ਦੇਖਾਂਗੇ ਕਿ ਜਿੱਥੇ ਵੀ ਪਰਮੇਸ਼ਵਰ, ਜਿਸ ਜਗ੍ਹਾ ਦੇ ਵਿੱਚ ਵੀ ਪਰਮੇਸ਼ਵਰ ਕੰਮ ਕਰਦਾ ਹੈ, ਉੱਥੇ ਆਪਾਂ ਨੂੰ ਇਹ 3 ਗੱਲਾਂ ਵੇਖਣ ਨੂੰ ਜ਼ਰੂਰ ਮਿਲਦੀਆਂ ਹੈ, ਰਾਈਟ। ਜਿਹਨੂੰ ਆਪਾਂ ਬਿਦਾਰੀ ਕਹਿੰਦੇ ਹਾਂ, ਬਈ ਸਾਡੀ ਇਹੀ ਪ੍ਰਾਰਥਨਾ ਹੁੰਦੀ, ਰਿਵਾਈਵਲ, ਬਿਦਾਰੀ ਨੂੰ ਰਿਵਾਈਵਲ ਨਾ। ਜਿੱਥੇ ਅਸੀਂ ਪ੍ਰਾਰਥਨਾ ਕਰਦੇ ਰਹਿੰਦੇ ਕਿ ਪਰਮੇਸ਼ਵਰ ਬਿਦਾਰੀ ਆਵੇ, ਤੁਹਾਡੀ ਬਿਦਾਰੀ ਆਵੇ, ਤੁਹਾਡਾ ਰਿਵਾਈਵਲ ਆਵੇ ਸਾਡੀ ਜਗ੍ਹਾ ਦੇ ਵਿੱਚ ਨਾ, ਇਸ ਜਗ੍ਹਾ ਦੇ ਵਿੱਚ, ਇਸ ਚਰਚ ਦੇ ਵਿੱਚ, ਇਸ ਦੇਸ਼ ਦੇ ਵਿੱਚ, ਰਾਈਟ। ਅਸੀਂ ਪਰਮੇਸ਼ਵਰ ਦੀ ਹਜ਼ੂਰੀ ਮੰਗਦੇ। ਪ੍ਰਭੂ ਜੀ, ਹਾਂ ਬਿਲਕੁਲ, ਪ੍ਰਭੂ ਸਾਡੇ ਨਾਲ ਹੁੰਦਾ ਹੈ, ਸਾਡੇ ਵਿਸ਼ਵਾਸ ਦੇ ਨਾਲ। ਪਰ ਜਦੋਂ ਪਰਮੇਸ਼ਵਰ ਦਾ ਉਸ ਜਗ੍ਹਾ ਦੇ ਵਿੱਚ ਇੱਕ ਉਹਦੀ ਪ੍ਰੈਜ਼ੈਂਸ ਹੁੰਦੀ ਹੈ, ਉੱਥੇ ਪਰਮੇਸ਼ਵਰ ਇੱਦਾਂ ਦੇ ਕੰਮ ਕਰਦਾ ਹੈ ਕਿ ਕੋਈ ਉੱਥੇ ਸ਼ੱਕ ਨਹੀਂ ਰਹਿੰਦਾ ਕਿ ਪਰਮੇਸ਼ਵਰ ਉਹਨਾਂ ਲੋਕਾਂ ਦੇ ਵਿੱਚ ਆ, ਰਾਈਟ। ਜਿਸ ਤਰ੍ਹਾਂ ਕਿ ਜਦੋਂ ਮਿਸਰ ਦੇ ਵਿੱਚੋਂ ਲੋਕ ਨਿਕਲੇ ਸੀਗੇ, ਯਹੂਦੀ ਨਿਕਲੇ ਸੀਗੇ, ਸਾਰੀਆਂ ਕੌਮਾਂ ਨੂੰ, ਜਿੰਨੇ ਆਲੇ ਦੁਆਲੇ ਸੀ, ਸਾਰਿਆਂ ਨੂੰ ਪਤਾ ਸੀਗਾ ਕਿ ਪਰਮੇਸ਼ਵਰ ਉਹਨਾਂ ਦੇ ਨਾਲ ਆ। ਜਿਹੋ ਜਿਹੇ ਕੰਮ ਪਰਮੇਸ਼ਵਰ ਨੇ ਉਹਨਾਂ ਲੋਕਾਂ ਦੇ ਵਿੱਚ, ਉਹ ਮਿਸਰ ਦੇ ਲੋਕਾਂ ਦੇ, ਫੈਰੋ ਦੇ ਵਿੱਚ ਦੀ, ਉਹਨਾਂ ਲੋਕਾਂ ਦੇ ਹਾਲਾਤਾਂ ਦੇ ਵਿੱਚ ਦੀ ਪ੍ਰਭੂ ਨੇ ਕੰਮ ਕੀਤੇ ਸੀਗੇ। ਜਿੰਨੀਆਂ ਗੈਰ ਕੌਮਾਂ ਸੀਗਾ, ਸਾਰਿਆਂ ਨੂੰ ਪਤਾ ਸੀਗਾ ਕਿ ਯਹੂਦੀਆਂ ਦੇ ਨਾਲ, ਰਾਈਟ, ਇਬਰਾਨੀ ਲੋਕਾਂ ਦੇ ਨਾਲ ਪਰਮੇਸ਼ਵਰ ਇਹਨਾਂ ਦੇ ਸੰਗ ਆ। ਸੋ ਇਸੇ ਤਰ੍ਹਾਂ ਹੀ ਆ ਅੱਜ ਵੀ, ਜਦੋਂ ਵੀ ਪਰਮੇਸ਼ਵਰ ਇੱਦਾਂ ਦਾ ਕੋਈ ਆਪਦੀ ਬਿਦਾਰੀ ਲਿਆਵੇ, ਆਪਦਾ ਰਿਵਾਈਵਲ ਲਿਆਵੇ, ਉੱਥੇ ਕੋਈ ਸ਼ੱਕ ਨਹੀਂ ਰਹਿੰਦਾ ਲੋਕਾਂ ਨੂੰ ਕਿ ਇੱਥੇ ਪਰਮੇਸ਼ਵਰ ਇਹਨਾਂ ਦੇ ਨਾਲ ਆ। ਹਾਲੇਲੂਇਆ, ਵੀ ਪਰਮੇਸ਼ਵਰ ਇਹ ਲੋਕਾਂ ਦੇ ਵਿੱਚ ਆ। ਔਰ ਇਹ ਸਾਡੀ ਇੱਕ ਭੁੱਖ, ਸਾਡੀ ਇੱਕ ਇੱਛਾ ਹੋਣੀ ਚਾਹੀਦੀ ਹੈ। ਅੱਜ ਦੇ ਹਾਲਾਤਾਂ ਦੇ ਵਿੱਚ ਬਿਲਕੁਲ ਇਹ ਇੱਕ ਬਹੁਤ ਵੱਡੀ ਲੋੜ ਆ ਕਿ ਪਰਮੇਸ਼ਵਰ ਦਾ ਪ੍ਰੈਜ਼ੈਂਸ, ਉਹਦੀ ਹਜ਼ੂਰੀ, ਜਿੱਥੇ ਜਿੱਥੇ ਲੋਕ ਪਰਮੇਸ਼ਵਰ ਨਾਲ ਜੁੜੇ ਹੋਏ ਆ, ਕਿ ਉਸ ਜਗ੍ਹਾ ਦੇ ਵਿੱਚ ਇੱਕ ਬਿਦਾਰੀ ਆਵੇ, ਇੱਕ ਰਿਵਾਈਵਲ ਆਵੇ, ਰਾਈਟ। ਪਹਿਲੀ ਗੱਲ ਮੈਂ ਦੱਸਣੀ ਚਾਹੁੰਦਾ ਹਾਂ, ਜਦੋਂ ਪਰਮੇਸ਼ਵਰ ਕਿਸੇ ਜਗ੍ਹਾ 'ਚ ਕੰਮ ਕਰਦਾ ਹੈ, ਪਹਿਲੀ ਗੱਲ ਉੱਥੇ ਹੁੰਦੀ ਆ, ਉੱਥੇ ਇੱਕ ਡਿਲੀਵਰੈਂਸ ਹੁੰਦੀ ਆ, ਛੁਟਕਾਰਾ ਮਿਲਦਾ ਲੋਕਾਂ ਨੂੰ, ਕਿਸੇ ਚੀਜ਼ ਦੇ ਵਿੱਚੋਂ ਕੱਢਿਆ ਜਾਂਦਾ, ਚਾਹੇ ਬਿਮਾਰੀ 'ਚੋਂ, ਚਾਹੇ ਪਾਪਾਂ ਦੇ ਵਿੱਚੋਂ, ਚਾਹੇ ਬੁਰੇ ਕੰਮਾਂ ਦੇ ਵਿੱਚੋਂ, ਕਿਸੇ ਚੀਜ਼ ਦੇ ਵਿੱਚੋਂ। ਉੱਥੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਆ, ਲੋਕਾਂ ਨੂੰ ਆਜ਼ਾਦ ਕੀਤਾ ਜਾਂਦਾ ਹੈ, ਔਰ ਇਹ ਡਿਲੀਵਰੈਂਸ ਹੁੰਦੀ ਹੈ। ਜਿੱਥੇ ਗੋਡ ਮੂਵ ਹੁੰਦਾ ਆ, ਉੱਥੇ
ਇੱਕ ਡਿਲੀਵਰੈਂਸ ਆਉਂਦੀ, ਪਰਮੇਸ਼ਰ ਉਹਨਾਂ ਨੂੰ ਡਿਲੀਵਰ ਕਰਦਾ, ਉੱਥੇ ਉਹਨਾਂ ਨੂੰ ਛੁਟਕਾਰਾ ਮਿਲਦਾ ਹੈ। 11ਵੀਂ ਐਤ ਵਿੱਚ ਨਾਲ ਦੀ ਨਾਲ ਜੋਤੀ ਤੁਸੀਂ ਪੜ੍ਹਿਓ ਫਿਰ 11ਵੀਂ ਤੇ 12ਵੀਂ ਜਲਦੀ ਦੇ ਨਾ। ਪਰਮੇਸ਼ਰ ਨੇ ਪਲੂਸ ਦੇ ਰਾਹੀਂ ਬਹੁਤ ਵਿਚਿੱਤਰ ਕੰਮ ਕੀਤੇ, ਇੱਥੋਂ ਤੱਕ ਕਿ ਉਸ ਦੇ ਸਰੀਰ ਨਾਲ ਛੁਆਏ ਹੋਏ ਰੁਮਾਲ ਤੇ ਪਰਨੇ ਬਿਮਾਰਾਂ ਉੱਤੇ ਪਾ ਦਿੱਤੇ ਜਾਂਦੇ ਅਤੇ ਉਹਨਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਅਤੇ ਅਸ਼ੁੱਧ ਆਤਮਾਵਾਂ ਨਿਕਲ ਜਾਂਦੀਆਂ ਸਨ। ਓਕੇ, ਬਿਮਾਰੀਆਂ ਤੇ ਜਿਨ੍ਹਾਂ ਦੇ ਵਿੱਚ ਇਹ ਬਦਰੂਆਂ ਸੀਗੀਆਂ, ਇਹ ਸਾਰੇ ਚੀਜ਼ਾਂ ਦਾ ਛੁਟਕਾਰਾ, ਜਦੋਂ ਸਾਨੂੰ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ ਸਾਨੂੰ ਸ਼ਿਫਾ ਮਿਲਦੀ ਹੈ, ਰਾਈਟ। ਜਦੋਂ ਬਦਰੂਆਂ ਨਿਕਲਦੀਆਂ ਆ ਉਦੋਂ ਕੀ ਹੁੰਦਾ ਹੈ ਕਿ ਉਦੋਂ ਵੀ ਲੋਕ ਆਜ਼ਾਦ ਹੋ ਜਾਂਦੇ ਆ। ਔਰ ਇੱਥੇ ਇੱਕ ਯਾਨੀ ਕਿ ਸਧਾਰਨ ਤੌਰ ਦੇ ਉੱਤੇ ਨੋਰਮਲ ਨਹੀਂ ਸੀਗੇ, ਕਿਉਂ ਸੀ ਕਿ ਆਪਾਂ ਦੇਖਦੇ ਹਾਂ ਇੱਥੇ ਲਿਖਿਆ ਰਮਾਲ, ਹੈ ਨਾ, ਰਮਾਲ ਤੇ ਏਪਰਨ ਨੂੰ ਕੀ ਲਿਖਿਆ ਪੰਜਾਬੀ ਦੇ ਵਿੱਚ, ਕੀ ਕਿਹਾ ਉੱਥੇ? ਪੰਨੇ, ਹੈ ਨਾ, ਪੰਨੇ ਟਾਵਲ ਵਗੈਰਾ ਜਿਸ ਤਰ੍ਹਾਂ ਰੱਖਦੇ ਮੋਢੇ ਤੇ। ਓਕੇ, ਅਸਲੀ ਉਹ ਮੋਢੇ ਤੇ ਰੱਖਣ ਵਾਲੇ ਨਹੀਂ ਗੇ, ਏਪਰਨ ਹੁੰਦੇ ਆ। ਜਿਸ ਤਰ੍ਹਾਂ ਜਦੋਂ ਕੋਈ ਖਾਣਾ ਬਣਾਉਂਦੇ ਨਾ, ਅੱਗੇ ਬੰਨੇ ਹੁੰਦੇ ਆ ਏਪਰਨ, ਹੈ ਨਾ, ਆਪਣੇ ਸਾਹਮਣੇ, ਕਈ ਕੱਪੜੇ ਨਾ ਗੰਦੇ ਹੋ ਜਾਂਦੇ ਜਦੋਂ ਆਪਾਂ ਕੋਈ ਕੰਮ ਕਰਦੇ ਹਾਂ। ਸੰਤ ਪੌਲਸ ਇਹ ਤੰਬੂ ਬਣਾਉਂਦਾ ਹੁੰਦਾ ਸੀਗਾ, ਓਕੇ, ਯਾਦ ਹੈ ਨਾ, ਜਦੋਂ ਇਹ ਅਪੋਲੋਸ ਤੇ ਉਹਦੇ ਨਾਲ ਕੀ ਅਕਵਿਲਾ ਤੇ ਪ੍ਰਿਸਿਲਾ ਦੇ ਨਾਲ ਕੰਮ ਕਰਦਾ ਸੀਗਾ, ਇਹ ਆਪਦੀ ਕਮਾਈ ਦੀ, ਹੱਥਾਂ ਦੀ ਕਮਾਈ ਕਰਦਾ ਸੀ। ਕਿਵੇਂ ਕਰਦਾ ਸੀਗਾ? ਇਹ ਤੰਬੂ ਬਣਾਉਂਦਾ ਸੀਗਾ, ਟੈਂਟ ਮੇਕਰ ਸੀਗਾ। ਔਰ ਉਸ ਟਾਈਮ ਦੇ ਉੱਤੇ ਜਿਹੜੇ ਇਸ ਤਰ੍ਹਾਂ ਕੰਮ ਕਰਦੇ ਹੁੰਦੇ ਸੀ ਨਾ ਹੱਥੀਂ, ਉਹਨਾਂ ਦੇ ਅੱਗੇ ਨਾ ਇਸ ਤਰ੍ਹਾਂ ਏਪਰਨ ਇੰਗਲਿਸ਼ ਕਹਿੰਦੇ ਨਾ, ਆਪਦੇ ਨਾ ਉਹਦੇ ਕੱਪੜਿਆਂ ਵਾਸਤੇ ਉਹਨਾਂ ਨੇ ਬੰਨ੍ਹੇ ਹੁੰਦੇ ਸੀ ਤਣੀ ਪਿੱਛੇ, ਰਾਈਟ, ਉਹ ਹੈਗੇ ਏਪਰਨ। ਜਿਹੜੇ ਉੱਥੇ ਰੁਮਾਲ ਹੈ ਨਾ, ਉਹ ਮੁੜਕਾ ਪੂੰਝਣ ਨੂੰ ਸਾਫਾ ਹੁੰਦਾ ਸੀਗਾ, ਓਕੇ। ਜਦੋਂ ਕੰਮ ਕਰਦੇ ਸੀ ਮੁੜਕਾ ਹੁੰਦਾ ਸੀ ਨਾ, ਉਹ ਆਪਦੇ ਇਸ ਤਰ੍ਹਾਂ ਸਾਫੇ ਨਾਲ ਪੂੰਝਦੇ ਸੀ। ਆਪਣੇ ਵਾਂਗੂ ਸੋਹਣੇ ਸੋਹਣੇ ਰੁਮਾਲ ਜੇ ਜੇਬਾਂ 'ਚ ਨਹੀਂ ਪਾਏ ਹੁੰਦੇ ਸੀਗੇ, ਓਕੇ, ਉਹ ਦੂਜੇ ਹੁੰਦੇ ਸੀ ਕੱਪੜੇ ਜਿਹੜਾ ਮੋਢੇ ਦੇ ਉੱਤੇ ਨਾ ਆਪਦਾ ਮੁੜਕਾ ਪੂੰਝਣ ਵਾਸਤੇ, ਠੀਕ ਹੈ ਨਾ। ਔਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਪੰਜਾਬੀ ਦੇ 12ਵੀਂ ਐਤ ਫੇਰ ਪੜ੍ਹਿਓ ਕਿ ਜਲਦੀ ਦੇਣਾ, ਵਰਸ 12। ਇੱਥੋਂ ਤੱਕ ਕਿ ਉਸ ਦੇ ਸਰੀਰ ਨਾਲ ਛੁਹਾਏ ਹੋਏ ਰੁਮਾਲ ਤੇ ਤਰਨੇ ਬਿਮਾਰਾਂ ਉੱਤੇ ਪਾ ਦਿੱਤੇ ਜਾਂਦੇ ਅਤੇ ਉਹਨਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਅਤੇ ਅਸ਼ੁੱਧ ਆਤਮਾਵਾਂ ਨਿਕਲ ਜਾਂਦੀਆਂ ਸਨ। ਉਹ ਤੋਂ ਪੌਲ ਤੋਂ ਉਹਦਾ ਪਰਨਾ ਜਾਂ ਉਹਦਾ ਜਿਹੜਾ ਏਪਰਨ ਸੀ, ਲੋਕ ਲੈ ਕੇ ਨਾ ਜਾ ਕੇ ਬਿਮਾਰਾਂ ਦੇ ਉੱਤੇ ਰੱਖ ਦਿੰਦੇ ਸੀਗੇ, ਬਿਮਾਰ ਠੀਕ ਹੋ ਜਾਂਦੇ ਸੀ। ਜਿਨ੍ਹਾਂ 'ਚ ਬਦਰੂਆਂ ਸੀਗੀਆਂ, ਬਦਰੂਆਂ ਨਿਕਲ ਜਾਂਦੀਆਂ ਹੁੰਦੀਆਂ ਸੀਗੀਆਂ। ਇੱਥੋਂ ਧਿਆਨ ਕਰੋ, ਪੌਲ ਤੋਂ ਲੈ ਕੇ ਜਾ ਕੇ ਰੱਖਦੇ ਸੀਗੇ, ਪੌਲ ਚਲਾ ਕੇ ਨਹੀਂ ਮਾਰਦਾ ਸੀਗਾ, ਧਿਆਨ ਰੱਖੋ। ਉਹ ਮੋਢੇ ਤੋਂ ਲਾ ਕੇ ਇਸ ਤਰ੍ਹਾਂ ਕੋਈ ਚਲਾ ਕੇ ਨਹੀਂ ਮਾਰਦਾ ਸੀ, ਉਹਨਾਂ 'ਤੇ ਜਾ ਕੇ ਡਿੱਗੇ ਤੇ ਉਹਨਾਂ 'ਤੇ ਲੱਗੇ ਤੇ ਉਹ ਠੀਕ ਹੋ ਜਾਣ। ਉਹਦੇ ਕੋਲੋਂ ਲੈ ਕੇ ਉਹ ਰੱਖਦੇ ਸੀਗੇ, ਰਾਈਟ। ਐਫਸਸ ਜਿਹੜਾ ਸ਼ਹਿਰ ਸੀਗਾ, ਉਹ ਪੂਰਾ ਸ਼ੈਤਾਨ ਦਾ ਜਕੜਿਆ ਹੋਇਆ ਸੀਗਾ। ਕਿਉਂ? ਕਿਉਂਕਿ ਉੱਥੇ ਜਿਹੜੀ ਇੱਕ ਵੱਡਾ ਮੂਰਤੀ ਪੂਜਾ ਹੁੰਦੀ ਸੀਗੀ, ਆਪਣੇ ਰੋਮ ਕੀ ਕਹਿੰਦੇ ਉਹਨੂੰ, ਰੋਮੀ ਭਾਸ਼ਾ ਦੇ ਵਿੱਚ ਉਹਨੂੰ ਡਾਇਨਾ ਕਿਹਾ ਜਾਂਦਾ ਸੀਗਾ, ਠੀਕ ਹੈ। ਰੋਮੀ ਭਾਸ਼ਾ ਦੇ ਵਿੱਚ ਉਹਨੂੰ ਡਾਇਨਾ ਕਿਹਾ ਜਾਂਦਾ ਸੀਗਾ, ਔਰ ਯੂਨਾਨੀ ਭਾਸ਼ਾ ਦੇ ਵਿੱਚ ਉਹਨੂੰ ਅਰਤਮਿਸ ਕਿਹਾ ਜਾਂਦਾ ਸੀਗਾ, ਔਰਾਈਟ। ਸੀ ਇੱਕੇ ਚੀਜ਼। ਉਹ ਮੂਰਤੀ ਪੂਜਾ ਹੁੰਦੀ ਸੀਗੀ। ਉਸ ਮੂਰਤੀ ਪੂਜਾ ਜਿਹੜੀ ਉਹ ਸਾਰੇ ਸ਼ਹਿਰ ਦੇ ਵਿੱਚ ਹੁੰਦੀ ਸੀਗੀ। ਜਿਸ ਜਗ੍ਹਾ ਦੇ ਵਿੱਚ ਇੱਦਾਂ ਦੇ ਕੰਮ ਹੋਣ, ਉਸ ਜਗ੍ਹਾ ਦੇ ਉੱਤੇ ਇੱਕ ਅੰਧੇਰ ਹੁੰਦਾ ਹੈ, ਸਾਰੀ ਜਗ੍ਹਾ ਦੇ ਵਿੱਚ ਅੰਧੇਰ ਹੁੰਦਾ ਹੈ। ਉਹ ਇੱਕ ਖੁੱਲ੍ਹ ਹੁੰਦੀ ਆ ਸ਼ੈਤਾਨ ਨੂੰ, ਬਦਰੂਆਂ ਨੂੰ ਆਪਦਾ ਕੰਮ ਕਰਨ ਵਾਸਤੇ, ਕਿਉਂਕਿ ਉੱਥੇ ਇਹੀ ਪੂਜਾ ਹੁੰਦੀ ਸੀਗੀ ਉਸ ਜਗ੍ਹਾ ਦੇ ਵਿੱਚ। ਐਫਐਸਸ ਸ਼ਹਿਰ ਨਾ ਪੂਰੇ ਹਨੇਰ ਦਾ ਢਕਿਆ ਹੋਇਆ ਸੀਗਾ, ਕਿਉਂਕਿ ਇਹ ਮੂਰਤੀ ਪੂਜਾ ਜਿਹੜੀ ਉਸ ਜਗ੍ਹਾ ਦੇ ਵਿੱਚ ਹੋ ਰਹੀ ਹੁੰਦੀ ਸੀਗੀ। ਔਰ ਆਪਾਂ ਨੂੰ ਯਾਦ ਹੋਣਾ ਹੈ ਕਿ ਪੌਲ ਨੇ ਹੀ ਜਾ ਕੇ ਐਫਐਸਸ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਸੀਗਾ। ਉਸ ਤੋਂ ਪਹਿਲਾਂ ਸ਼ੈਤਾਨ ਦਾ ਪੂਰਾ ਆਪਦਾ ਰਾਜ ਚੱਲਦਾ ਸੀਗਾ, ਤਾਂ ਜੋ ਮਰਜ਼ੀ ਸੋ ਉੱਥੇ ਹੋਣ ਡਿਆ ਸੀਗਾ। ਪਰ ਜਦੋਂ ਜਾ ਕੇ ਉੱਥੇ ਪੌਲ ਨੇ ਪ੍ਰਭੂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਜੇ ਆਪਾਂ ਨੂੰ ਯਾਦ ਹੈ ਅਕਵਿਲਾ ਤੇ ਪ੍ਰਿਸਿਲਾ ਦੇ ਨਾਲ ਉਹਨੇ ਜਾ ਕੇ ਵੰਡਿਆ, ਹੈ ਨਾ, ਉਸ ਜਗ੍ਹਾ ਦੇ ਵਿੱਚ। ਫਿਰ ਉਹਨਾਂ ਨੂੰ ਉੱਥੇ ਛੱਡ ਕੇ ਗਿਆ ਸੀਗਾ, ਅਤੇ ਜਦੋਂ ਆਪ ਐਂਟੀਓਕ ਦੇ ਵਿੱਚ ਵਾਪਸ ਚਲਿਆ ਜਾਂਦਾ ਹੈ। ਸੋ ਉਸ ਜਗ੍ਹਾ ਦੇ ਵਿੱਚ ਪ੍ਰਭੂ ਦਾ ਪ੍ਰਚਾਰ ਪਹੁੰਚ ਜਾਂਦਾ ਹੈ। ਧਿਆਨ ਨਾਲ ਸੁਣੋ ਮੇਰੇ ਭੈਣਾਂ ਤੋਂ ਭਰਾਵੋ, ਜਿਸ ਜਗ੍ਹਾ ਦੇ ਵਿੱਚ ਅਸੀਂ ਜਾਂਦੇ ਹਾਂ, ਜੇ ਉਸ ਜਗ੍ਹਾ ਦੇ ਵਿੱਚ ਕੋਈ ਵੀ ਪਰਮੇਸ਼ਰ ਨੂੰ ਪਹਿਲਾਂ ਪ੍ਰਭੂ ਯਿਸੂ ਮਸੀਹ ਨੂੰ ਨਾ ਜਾਣਦਾ ਹੋਵੇ, ਅਸੀਂ ਆ ਪਹਿਲੇ ਜਿਹੜੇ ਪਰਮੇਸ਼ਰ ਦੀ ਜੋਤ, ਉਹਦਾ ਚਾਨਣ ਉਸ ਜਗ੍ਹਾ ਵਿੱਚ ਲੈ ਕੇ ਪਹੁੰਚਦੇ ਹਾਂ। ਜਦੋਂ ਅਸੀਂ ਉਸ ਜਗ੍ਹਾ ਵਿੱਚ ਪਹੁੰਚਦੇ ਹਾਂ, ਉੱਥੇ ਜਿਹੜੇ ਇਹ ਇੱਕ ਕੀ ਕਹਿੰਦੇ ਕਿ ਸ਼ੈਤਾਨ ਦੇ ਜਿਹੜੇ ਅੱਡੇ ਹੁੰਦੇ ਨਾ, ਓਕੇ,
ਉਹ ਹਿੱਲ ਜਾਂਦੇ ਆ, ਕਿਉਂਕਿ ਪਰਮੇਸ਼ਰ ਦਾ ਵਚਨ ਲੈ ਕੇ ਪਰਮੇਸ਼ਰ ਦੇ ਲੋਕ ਉਸ ਜਗ੍ਹਾ ਵਿੱਚ ਪਹੁੰਚ ਜਾਂਦੇ ਆ। ਇਸ ਵਾਸਤੇ ਸਾਨੂੰ ਕਿਹਾ ਗਿਆ ਹੈ ਕਿ ਕੌਮਾਂ ਦੇ ਵਿੱਚ ਜਾ ਕੇ, ਦੇਸ਼ਾਂ ਦੇ ਵਿੱਚ ਜਾ ਕੇ, ਕੋਨੇ ਕੋਨੇ ਤੇ ਜਾ ਕੇ ਪ੍ਰਚਾਰ ਕਰੋ, ਕਿਉਂਕਿ ਸ਼ੈਤਾਨ ਦਾ ਰਾਜ, ਇਹ ਨੇਰ ਜਿਹੜਾ ਸ਼ੈਤਾਨ ਦਾ ਪਿੱਛੇ ਧੱਕਿਆ ਜਾਵੇ ਔਰ ਪਰਮੇਸ਼ਰ ਦਾ ਰਾਜ ਉਸ ਜਗ੍ਹਾ ਦੇ ਵਿੱਚ ਆ ਜਾਵੇ, ਰਾਈਟ, ਜਿੱਥੇ ਵੀ ਬੈਠੇ ਆ, ਹੈ ਨਾ। ਸੋ ਪੌਲ ਨੇ ਐਫੈਸਸ ਦੇ ਵਿੱਚ ਪਰਮੇਸ਼ਰ ਦੇ ਵਚਨ ਸੁਣਾਉਣੇ ਸ਼ੁਰੂ ਕਰ ਦਿੱਤੇ ਸੀਗੇ, ਔਰ ਉੱਥੇ ਜਦੋਂ ਪ੍ਰਭੂ ਦੇ ਵਚਨ ਸੁਣਾਉਣ ਲੱਗ ਗਿਆ, ਆਪਾਂ ਦੇਖਦੇ ਹਾਂ ਸਿਰਫ ਉਹਦੇ ਵਚਨ ਸੁਣਾਉਣ ਦੇ ਨਾਲ ਹੀ ਲੋਕਾਂ ਨੇ ਕੀ ਕਹਿੰਦੇ ਕਿ ਲੋਕ ਨਹੀਂ ਭੱਜਦੇ ਸੀਗੇ। ਯਾਦ ਆ ਜਦੋਂ ਏਥਨਸ ਦੇ ਵਿੱਚ ਸੀਗਾ, ਲੋਕ ਉਹਦੇ ਨਾਲ ਜਿੱਦਦੇ ਸੀਗੇ ਔਰ ਉਹਨੇ ਉਹਨਾਂ ਨੂੰ ਸਮਝਾਇਆ ਕੱਲਿਆਂ ਨੂੰ, ਹੈ ਨਾ। ਕਈ ਵਾਰ ਲੋਕ ਸੁਣ ਕੇ ਸਮਝਦੇ ਆ, ਕਈ ਵਾਰ ਲੋਕ ਵੇਖ ਕੇ ਸਮਝਦੇ ਆ। ਓਕੇ, ਮੈਂ ਫਿਰ ਕਹਿਣਾ, ਕਈ ਵਾਰ ਲੋਕ ਸੁਣ ਕੇ ਸਮਝਦੇ ਆ ਔਰ ਕਈ ਵਾਰ ਲੋਕ ਚਮਤਕਾਰ ਕੰਮ ਦੇਖ ਕੇ ਉਹਨਾਂ ਨੂੰ ਪਤਾ ਲੱਗਦਾ ਹੈ। ਔਰ ਇਸ ਜਗ੍ਹਾ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਵੱਡੇ ਚਮਤਕਾਰ ਕੰਮ ਹੋਣ ਉਸ ਜਗ੍ਹਾ ਦੇ ਵਿੱਚ ਲੱਗ ਗਏ ਸੀਗੇ। ਔਰ ਕਿਵੇਂ ਕਰ ਰਿਹਾ ਸੀਗਾ ਪਰਮੇਸ਼ਰ ਦੇ ਕੰਮਾਂ ਨੂੰ, ਕਿਵੇਂ ਕਰ ਰਿਹਾ ਸੀਗਾ? ਬਾਈਬਲ ਦੇ ਵਿੱਚ ਲਿਖਿਆ ਹੈ ਸੰਤ ਪੌਲਸ ਦੇ ਹੱਥੀਂ ਕਰ ਰਿਹਾ ਸੀ ਇਹ ਕੰਮ, ਰਾਈਟ। ਸੰਤ ਪੌਲਸ ਥਰੂ ਦ ਹੈਂਡਸ ਆਫ ਸੇਂਟ ਪੌਲ, ਓਕੇ, ਸੰਤ ਪੌਲਸ ਦੇ ਹੱਥੀਂ ਇਹ ਕੰਮ ਕਰ ਰਿਹਾ ਸੀਗਾ। ਮੈਂ ਇਸ ਦੇ ਬਾਰੇ ਸੋਚਣ ਦਿਆ ਸੀਗਾ, ਜਦੋਂ ਪਰਮੇਸ਼ਰ ਛੁਟਕਾਰਾ ਲਿਆਉਂਦਾ ਕਿਸੇ ਜਗ੍ਹਾ ਦੇ ਵਿੱਚ, ਪਤਾ ਕਿੰਨਾਂ ਦੇ ਰਾਹੀਂ ਲਿਆਉਂਦਾ ਹੈ? ਮੇਰੇ ਔਰ ਤੁਹਾਡੇ ਰਾਹੀਂ ਲਿਆਉਂਦਾ ਹੈ। ਉਹ ਆਪਦੇ ਵਿਸ਼ਵਾਸੀਆਂ ਦੇ, ਆਪਦੇ ਸੰਤਾਂ ਦੇ ਰਾਹੀਂ ਲੈ ਕੇ ਆਉਂਦਾ ਹੈ। ਜਿੱਥੇ ਜਿੱਥੇ ਹੁੰਦੇ ਆ, ਜਿੱਥੇ ਜਿੱਥੇ ਪਰਮੇਸ਼ਰ ਦੇ ਲੋਕ ਹੁੰਦੇ ਆ, ਉਹ ਸਾਡੇ ਵਿੱਚ ਦੀ ਉਹ ਕੰਮ ਕਰਦਾ ਹੈ। ਅਸੀਂ ਪਰਮੇਸ਼ਰ ਦੇ ਹੱਥ ਬਣ ਜਾਂਦੇ, ਅਸੀਂ ਪਰਮੇਸ਼ਰ ਦੇ ਮੂੰਹ ਬਣ ਜਾਂਦੇ, ਅਸੀਂ ਪਰਮੇਸ਼ਰ ਦੇ ਪੈਰ ਬਣ ਜਾਂਦੇ, ਅਸੀਂ ਪਰਮੇਸ਼ਰ ਨੂੰ ਰੈਪ੍ਰਜੈਂਟ ਕਰਦੇ ਹਾਂ ਜਿੱਥੇ ਅਸੀਂ ਜਾਂਦੇ ਹਾਂ, ਰਾਈਟ, ਠੀਕ ਹੈ ਨਾ। ਸੋ ਉਸ ਜਗ੍ਹਾ ਦੇ ਵਿੱਚ ਉਹਨੇ ਸੰਤ ਪੌਲ ਦੀ ਇਸਤੇਮਾਲ ਕੀਤੀ, ਰਾਈਟ। ਸ਼ਾਇਦ ਆਪਾਂ ਸੋਚਦੇ ਹੋਵਾਂਗੇ, ਹਾਂ ਉਹ ਤਾਂ ਸੰਤ ਪੌਲ ਸੀਗਾ, ਅਸੀਂ ਕਿਹੜਾ ਸੰਤ ਪੌਲ ਹੈਗੇ ਆ, ਮੈਂ ਤਾਂ ਇੱਕ ਵਿਚਾਰੀ ਜੀ ਜੀਤੋ ਪਿੰਡ ਵਿੱਚ ਰਹਿੰਦੀ ਹੈ, ਜਾਂ ਮੈਂ ਤਾਂ ਕੋਈ ਹੈ ਨਾ। ਆਪਾਂ ਆਪਦੇ ਆਪ ਨੂੰ ਆਮ ਛੋਟੇ ਜਿਹੇ ਲੋਕ ਬਣਾ ਕੇ ਸਮਝੀਏ, ਸਾਥੋਂ ਇਹ ਕਿਵੇਂ ਹੋ ਸਕਦੇ? ਅਸੀਂ ਕਿਹੜਾ ਫਲਾਣੇ ਵੱਡੇ ਵੱਡੇ ਨਾਂ ਦੇ ਪਾਸਟਰ ਆ, ਜਾਂ ਸਾਨੂੰ ਕਿਹੜਾ ਕੋਈ ਜਾਣਦਾ ਆ। ਮੈਂ ਤੁਹਾਨੂੰ ਸਾਰੇ ਧਿਆਨ ਨਾਲ ਸੁਣੋ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ। ਪਰਮੇਸ਼ਵਰ ਨੇ ਪਵਿੱਤਰ ਆਤਮਾ ਦਾ ਬਪਤਿਸਮਾ ਕਿਹਨਾਂ ਨੂੰ ਦਿੱਤਾ ਸੀਗਾ? ਕਿਹਨਾਂ ਨੂੰ ਪਰਮੇਸ਼ਰ ਨੇ ਪਵਿੱਤਰ ਆਤਮਾ ਦਾ ਬਪਤਿਸਮਾ ਦਿੱਤਾ ਸੀਗਾ? ਕਿਹਨਾਂ ਨੂੰ ਦਿੱਤਾ ਸੀਗਾ? ਰਸੂਲਾਂ ਦੀ ਪੋਥੀ ਦੂਸਰਾ ਚੈਪਟਰ, ਜੇ ਤੁਹਾਡੇ ਕੋਲ ਬਾਈਬਲ ਹੈਗੇ ਤੁਸੀਂ ਖੋਲ ਕੇ ਨੋਟ ਕਰ ਸਕਦੇ ਆ। ਦੂਸਰੇ ਚੈਪਟਰ ਦੇ ਵਿੱਚ ਜਦੋਂ ਪਹਿਲੀ ਵਾਰ ਪਵਿੱਤਰ ਆਤਮਾ ਦਾ ਬਪਤਿਸਮਾ ਹੁੰਦਾ ਆ ਜਰੂਸਲਮ ਦੇ ਵਿੱਚ, ਯਾਦ ਆ ਜਦੋਂ ਉਹ ਉਤਲੇ ਕਮਰੇ 'ਚੋਂ ਉਤਰ ਕੇ ਆਉਂਦੇ ਆ, ਲੋਕਾਂ ਦਾ ਖਿਆਲ ਸੀ ਇਹਨਾਂ ਨੇ ਸੁਆ ਪੀਤੀ ਹੈ, ਅਤੇ ਸੰਤ ਪਤਰਸ ਖੜਾ ਹੋ ਕੇ ਉਹਨਾਂ ਨੂੰ ਸਾਰਿਆਂ ਨੂੰ ਸਮਝਾ ਰਿਹਾ ਹੈ ਨਾ। ਔਰ ਆਪਾਂ ਦੇਖਦੇ ਹਾਂ ਰਸੂਲਾਂ ਦੀ ਪੋਥੀ ਦੂਸਰਾ ਚੈਪਟਰ 15ਵੀਂ ਐਤ ਤੋਂ, ਹੈ ਨਾ, ਆਪਾਂ ਪੜ੍ਹਦੇ ਹਾਂ। ਓਕੇ, 15ਵੀਂ ਐਤ ਵਿੱਚ ਆਪਣੇ ਜੋਤੀ ਤੁਸੀਂ ਪੜ੍ਹਿਓ, ਰਸੂਲਾਂ ਦੀ ਪੋਥੀ ਦੂਸਰਾ ਚੈਪਟਰ 15ਵੀਂ ਐਤ। ਇਹ ਲੋਕੀ ਨਸ਼ੇ ਵਿੱਚ ਨਹੀਂ ਹਨ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ, ਅਜੇ ਤਾਂ ਸਵੇਰ ਦੇ 9 ਹੀ ਵਜੇ ਹਨ। ਅਸਲ ਵਿੱਚ ਉਹ ਗੱਲ ਹੈ ਜਿਹੜੀ ਜੋਇਲ ਨਬੀ ਨੇ ਕਹੀ ਸੀ। ਬਸ ਇੱਥੇ ਰੁਕੋ। ਸੰਤ ਪਤਰਸ ਕਹਿੰਦਾ ਉਹਨਾਂ ਨੂੰ, ਕਹਿੰਦਾ ਇਹ ਸ਼ਰਾਬੀ ਨਹੀਂ ਕਿ ਜਿਸ ਤਰ੍ਹਾਂ ਤੁਸੀਂ ਸੋਚਣ ਡਏ ਆ, ਕਹਿੰਦਾ ਇਹ ਤਾਂ ਸੁਬਾਹ ਦੇ 9 ਹੀ ਵਜੇ ਆ, ਰਾਈਟ, ਤਾਂ ਚਾਹ ਨਹੀਂ ਪੀਤੀ ਗਈ, ਰਾਈਟ, ਸੁਬਾਹ ਦੇ ਜੇ 9 ਹੀ ਵਜੇ ਆ, ਇਹਨਾਂ ਨੇ ਨਸ਼ਾ ਨਹੀਂ ਪੀਤਾ। ਪਰ 16 ਐਤ ਵਿੱਚ ਕਹਿੰਦਾ, ਪਰ ਕਹਿੰਦਾ ਇਹ ਉਹ ਆ ਜਿਹੜਾ ਜੋਐਲ ਨਬੀ ਨੇ ਕਿਹਾ ਸੀਗਾ ਪੁਰਾਣੇ ਨੇਮ ਦੇ ਵਿੱਚ। ਮੈਂ ਦੱਸਣਾ ਚਾਹੁੰਦਾ ਹੈ, ਅਸੀਂ ਜਦੋਂ ਬਾਈਬਲ ਨੂੰ ਪੜ੍ਹਦੇ ਹਾਂ, ਪੁਰਾਣਾ ਨੇਮ, ਨਵਾਂ ਨੇਮ ਔਰ ਅੱਜ ਜੋ ਹੋ ਰਿਹਾ ਹੈ, ਇਹ ਸਾਰੀ ਇੱਕ ਹੀ ਕਹਾਣੀ ਆ। ਇਹ ਸਾਰੀ ਇੱਕ ਹੀ ਕਹਾਣੀ ਆ। ਪੁਰਾਣੇ ਨੇਮ ਦੇ ਵਿੱਚ ਜੋ ਵਾਅਦੇ ਹੋਏ, ਜੋ ਪਰਮੇਸ਼ਰ ਨੇ ਕੰਮ ਕੀਤੇ, ਉਹ ਨਵੇਂ ਨੇਮ ਦੇ ਵਿੱਚ ਪ੍ਰਭੂ ਨੇ ਕਿਹਾ ਸੀਗਾ ਸਭ ਕੁਝ ਮੇਰੇ ਵਿੱਚ ਪੂਰਾ ਹੁੰਦਾ, ਰਾਈਟ। ਆਈ ਕੇਮ ਟੂ ਫੁਲਫਿਲ, ਮੈਂ ਪੂਰਾ ਕਰਨ ਆਇਆ, ਯਿਸੂ ਨੇ ਕਿਹਾ ਸੀਗਾ, ਰਾਈਟ। ਹੁਣ ਜੋ ਯਿਸੂ ਨੇ ਕੀਤਾ, ਜੋ ਚਰਚ ਨੇ ਕੀਤਾ, ਅੱਜ ਤੁਹਾਡੇ ਰਾਹੀਂ, ਮੇਰੇ ਰਾਹੀਂ, ਸਾਡੇ ਵਿੱਚ, ਚਰਚਾਂ ਦੇ ਵਿੱਚ ਅੱਜ ਪਰਮੇਸ਼ਰ ਦਾ ਕੰਮ ਵੀ ਇਸੇ ਤਰ੍ਹਾਂ ਹੀ ਜਾਰੀ ਹੋਣਾ ਚਾਹੀਦਾ ਹੈ, ਇਸੇ ਤਰ੍ਹਾਂ ਹੀ ਚੱਲਣਾ ਚਾਹੀਦਾ ਹੈ। ਅੱਜ ਵੀ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ। ਕਿਉਂਕਿ ਆਪਾਂ ਇੱਥੇ ਪੜ੍ਹਦੇ ਹਾਂ, ਪਤਰਸ ਉਹਨਾਂ ਨੂੰ ਸਮਝਾ ਰਿਹਾ ਹੈ,
ਇਹ ਸ਼ਰਾਬੀ ਨਹੀਂ ਗਏ ਭਰਾਵੋ। ਸੁਣੋ, ਤੁਹਾਡਾ ਖਿਆਲ ਸੁਆ ਉਹਨਾਂ ਨੇ ਪੈਗ ਲਾਇਆ? ਪੈਗ ਨਹੀਂ ਲਾਇਆ। ਇਹ ਕਹਿੰਦਾ ਸੁਆ ਦੇ 9 ਹੀ ਵਜੇ ਜੇ। ਇਹ ਉਹ ਆ ਕੀ ਆ, ਉਹਨਾਂ ਨੂੰ ਯਾਦ ਕਰਾਇਆ, ਕਿਉਂਕਿ ਉਹ ਯਹੂਦੀ ਸੀ, ਉਹਨਾਂ ਨੂੰ ਪਤਾ ਸੀਗਾ। ਉਹਨਾਂ ਨੂੰ ਯਾਦ ਕਰਾਇਆ। ਕਹਿੰਦਾ ਜੋਇਲ ਦੀ ਪੋਥੀ ਦੇ ਵਿੱਚ ਲਿਖਿਆ ਹੈ ਕਿ 17ਵੀਂ ਆਇਤ ਪੜ੍ਹੋ ਹੁਣ। ਅੰਤਮ ਦਿਨਾਂ ਵਿੱਚ ਮੈਂ ਇਸ ਤਰ੍ਹਾਂ ਕਰਾਂਗਾ, ਪਰਮੇਸ਼ਰ ਨੇ ਕਿਹਾ, ਮੈਂ ਆਪਣੀ ਆਤਮਾ ਨੂੰ ਸਭ ਮਨੁੱਖਾਂ ਉੱਤੇ ਡੋਲਾਂਗਾ। ਓਕੇ, ਇੱਕ ਮਿੰਟ ਰੁਕੋ ਉੱਥੇ। ਹੁਣ ਸਾਰੇ ਸੁਣੋ। ਪਰਮੇਸ਼ਰ ਨੇ ਕਿਹਾ ਕਿ ਅੰਤ ਦਿਨਾਂ ਦੇ ਵਿੱਚ, ਅਖੀਰਲੇ ਦਿਨਾਂ ਦੇ ਵਿੱਚ ਮੈਂ ਆਪ ਦੀ ਆਤਮਾ ਨੂੰ ਕਿੰਨਾਂ ਦੇ ਉੱਤੇ ਜੋਤੀ ਲਿਖਿਆ ਹੈ? ਮੈਂ ਆਪਣੀ ਆਤਮਾ ਨੂੰ ਸਭ ਮਨੁੱਖਾਂ ਉੱਤੇ ਡੋਲਾਂਗਾ। ਕਿਹੜੇ ਮਨੁੱਖਾਂ ਉੱਤੇ? ਸਭ, ਸਾਰਿਆਂ ਉੱਤੇ। ਜਿਹੜੇ ਹੁਣ ਸੁਣ ਰਹੇ ਆ ਮਨੁੱਖ ਆ ਨਾ ਸਾਰੇ, ਜਿਹੜੇ ਹੁਣ ਸੁਣ ਰਹੇ ਮੈਨੂੰ ਦੇਖ ਰਹੇ ਆ। ਮੈਂ ਉਮੀਦ ਰੱਖਦਾ ਕਿ ਸਾਰੇ ਮਨੁੱਖ ਹੀ ਸੁਣ ਰਹੇ, ਠੀਕ ਹੈ ਨਾ? ਹਨਾ? ਆਪਾਂ ਮਨੁੱਖ ਆ, ਰਾਈਟ? ਉਹਨੇ ਲਿਖਿਆ ਸਾਰੇ ਮਨੁੱਖਾਂ ਉੱਤੇ। ਜੇ ਅਸੀਂ ਮਨੁੱਖ ਆ ਨਾ, ਅੰਤ ਦੇ ਦਿਨ ਖਤਮ ਨਹੀਂ ਹੋਏ, ਅੰਤਮ ਦੇ ਦਿਨ ਚੱਲਣ ਡਏ ਆ ਅਜੇ ਵੀ, ਹਨਾ? ਜਿਸ ਦਿਨ ਪਵਿੱਤਰ ਆਤਮਾ ਆਇਆ ਸੀਗਾ, ਕਿਉਂਕਿ ਜੋਇਲ ਨੇ ਕਿਹਾ ਸੀਗਾ ਅੰਤਮ ਦੇ ਦਿਨਾਂ ਦੇ ਵਿੱਚ ਮੈਂ, ਪ੍ਰਭੂ ਕਹਿੰਦਾ ਹੈ, ਮੈਂ ਸਾਰੇ ਲੋਕਾਂ ਦੇ ਉੱਤੇ ਆਪਦਾ ਪਵਿੱਤਰ ਆਤਮਾ ਮੈਂ ਪਾਵਾਂਗਾ, ਠੀਕ ਹੈ ਨਾ? ਉਸ ਦਿਨ ਤੋਂ ਲਾ ਕੇ ਅਜੇ ਤੱਕ ਐਂਡ ਡੇਜ਼, ਅੰਤਮ ਦਿਨ ਹੀ ਚੱਲਣ ਡਏ ਆ। ਉਦੋਂ ਤੋਂ ਸ਼ੁਰੂ ਹੋਏ ਆ, ਅੰਤਮ ਦਿਨ ਚੱਲਣ ਡਏ ਆ। ਔਰ ਕਿੰਨਾ ਉੱਤੇ ਪਵਿੱਤਰ ਆਤਮਾ ਦਾ ਬਪਤਿਸਮਾ ਆਖਿਆ ਸੀਗਾ? ਸਾਰਿਆਂ ਦੇ ਉੱਤੇ। ਓਕੇ, ਬਾਈਬਲ ਦੇ ਵਿੱਚ ਅੰਡਰਲਾਈਨ ਕਰ ਲਓ, ਉੱਥੇ ਲਕੀਰ ਮਾਰ ਲਓ, ਸਭਨਾਂ ਦੇ ਉੱਤੇ, ਸਾਰਿਆਂ ਦੇ ਉੱਤੇ। ਕੋਈ ਤੁਹਾਨੂੰ ਕਦੇ ਨਾ ਆਣ ਕੇ ਆਖੇ ਇਹ ਤੁਹਾਡੇ ਵਾਸਤੇ ਨਹੀਂ ਗਾ, ਇਹ ਸਿਰਫ ਉਹਨਾਂ ਵਾਸਤੇ ਸੀਗਾ। ਓਕੇ, ਔਰ ਮੈਂ ਤੁਹਾਨੂੰ ਹੋਰ ਦਿਖਾਉਣਾ ਚਾਹੁੰਦਾ ਬਾਈਬਲ ਦੇ ਵਿੱਚੋਂ। ਅੱਗੇ ਪੜ੍ਹੋ ਕੀ ਲਿਖਿਆ 17ਵੀਂ ਆਇਤ ਦੇ ਵਿੱਚ, ਜੋਤੀ। ਫਿਰ ਤੁਹਾਡੇ ਪੁੱਤਰ ਅਤੇ ਪੁੱਤਰੀਆਂ ਅਗਨੀ ਵਾਕ ਕਰਨਗੇ। ਤੁਹਾਡੇ ਪੁੱਤਰ ਤੇ ਤੁਹਾਡੀਆਂ ਧੀਆਂ। ਓਕੇ, ਪੁੱਤਰ ਤੇ ਧੀਆਂ। ਅੱਗੇ, ਤੁਹਾਡੇ ਨੌਜਵਾਨ ਦਰਸ਼ਨ ਦੇਖਣਗੇ ਅਤੇ ਤੁਹਾਡੇ ਬਜ਼ੁਰਗ ਸੁਪਨੇ ਦੇਖਣਗੇ। ਅੱਗੇ, ਮੈਂ ਆਪਣੇ ਦਾਸਾਂ ਅਤੇ ਦਾਸੀਆਂ ਉੱਤੇ ਵੀ ਉਹਨਾਂ ਦਿਨਾਂ ਵਿੱਚ ਆਪਣੀ ਆਤਮਾ ਡੋਲਾਂਗਾ ਅਤੇ ਉਹ ਅਗਨੀ ਵਾਕ ਕਰਨਗੇ। ਓਕੇ, ਹੁਣ ਮੈਂ ਤੁਹਾਨੂੰ ਦੱਸਦਾ ਹੈ, ਸਾਰਿਆਂ ਦੇ ਉੱਤੇ ਪਰਮੇਸ਼ਰ ਨੇ ਕਿਹਾ ਸੀਗਾ, ਸਾਰਿਆਂ ਦੇ ਉੱਤੇ ਮੈਂ ਆਪਦਾ ਪਵਿੱਤਰ ਆਤਮਾ ਭੇਜਦਾ। ਸੌਰੀ, ਇੱਕ ਮਿੰਟ ਨਾ, ਕੋਈ ਮੇਰੇ ਤੋਂ ਲਿੰਕ ਮੰਗਣ ਡਿਆ ਹੁਣ, ਇੱਕ ਸੈਕਿੰਡ। ਪੰਜਾਬ ਦੇ ਵਿੱਚੋਂ, ਇੱਕ ਸੈਕਿੰਡ। ਓਕੇ, ਸੋ ਆਪਾਂ ਦੇਖਦੇ ਹਾਂ ਸਾਰਿਆਂ ਦੇ ਉੱਤੇ ਪਰਮੇਸ਼ਰ ਨੇ ਆਖਿਆ ਸੀਗਾ ਕਿ ਅੰਤਮ ਦੇ ਦਿਨਾਂ ਦੇ ਵਿੱਚ ਮੈਂ ਸਾਰਾ ਉੱਤੇ ਪਾਵਾਂਗਾ। ਰਸੂਲਾਂ ਦੀ ਪੋਥੀ 1:8 ਵਿੱਚ ਕੀ ਲਿਖਿਆ ਜੋਤੀ? Acts 1:8। ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਅਤੇ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ, ਤਾਂ ਤੁਸੀਂ ਯਰੂਸ਼ਲਮ ਵਿੱਚ, ਸਾਰੇ ਯਹੂਦਿਆਂ ਵਿੱਚ, ਸਾਰੇ ਸਾਮਰੀਆ ਵਿੱਚ ਅਤੇ ਪ੍ਰਿਥਵੀ ਦੀਆਂ ਅੰਤਮ ਹੱਦਾਂ ਤੱਕ ਮੇਰੇ ਸਾਥੀ ਹੋਵੋਗੇ। ਓਕੇ, ਧਿਆਨ ਨਾਲ ਸੁਣੋ। ਪਵਿੱਤਰ ਆਤਮਾ ਦਾ ਬਪਤਿਸਮਾ ਕਾਹਦੇ ਵਾਸਤੇ ਦਿੱਤਾ ਗਿਆ ਹੈ? ਕਾਹਦੇ ਵਾਸਤੇ ਪਵਿੱਤਰ ਆਤਮਾ ਦਾ ਬਪਤਿਸਮਾ ਪਰਮੇਸ਼ਵਰ ਨੇ ਦਿੱਤਾ ਸੀਗਾ? ਲਿਖਿਆ ਹੈ ਕਿ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਊਗਾ, ਕੀ ਹੋਊਗਾ ਜੋਤੀ? ਤੁਸੀਂ ਸ਼ਕਤੀ ਪ੍ਰਾਪਤ ਕਰੋਗੇ। ਸ਼ਕਤੀ ਪ੍ਰਾਪਤ ਕਰੋਗੇ। ਓਕੇ, ਪਰਮੇਸ਼ਵਰ ਨੇ ਆਪ ਦੀ ਇਕਲੀਸਿਆ ਨੂੰ ਸ਼ਕਤੀ ਦਿੱਤੀ ਆ। ਜਦੋਂ ਪਵਿੱਤਰ ਆਤਮਾ ਦਾ ਬਪਤਿਸਮਾ ਆਉਂਦਾ ਹੈ, ਅਸੀਂ ਸ਼ਕਤੀ ਨੂੰ ਪ੍ਰਾਪਤ ਕਰਦੇ ਹਾਂ। ਕਾਹਦੇ ਵਾਸਤੇ? ਉਹਦੀ ਇੱਕ ਵਜ੍ਹਾ ਹੈ, ਰਾਈਟ? ਪੈਂਟੀਕੋਸਟਲ ਬਣਨ ਵਾਸਤੇ ਨਹੀਂ, ਹਾਂ, ਜਾਂ ਆਪ ਦਾ ਇੱਕ ਨਵਾਂ ਫੱਟਾ ਉੱਤੇ ਲਾਉਣ ਵਾਸਤੇ ਨਹੀਂ, ਰਾਈਟ? ਕਾਹਦੇ ਵਾਸਤੇ? ਉਹਦਾ ਮਕਸਦ ਆ। ਪਰਮੇਸ਼ਰ ਕੋਈ ਵੀ ਕੰਮ ਇੱਦਾਂ ਨਹੀਂ ਵਿਹਲਾ ਬੈਠਾ ਕਰੀ ਜਾਂਦਾ, ਉਹਦਾ ਇੱਕ ਮਕਸਦ ਹੁੰਦਾ ਹੈ। ਜਦੋਂ ਉਹਨੇ ਆਖਿਆ ਕਿ ਮੈਂ ਪਵਿੱਤਰ ਆਤਮਾ ਦਾ ਬਪਤਿਸਮਾ ਤੁਹਾਨੂੰ ਦੇਵਾਂਗਾ ਕਿ ਤੁਸੀਂ ਮੇਰੇ ਕੀ ਬਣੋਗੇ? ਗਵਾਹ ਬਣੋਗੇ। ਗਵਾਹ ਬਣੋਗੇ। ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਉਦੋਂ ਵੀ ਗਵਾਹੀ ਹੁੰਦੀ ਆ, ਤੇ ਜਦੋਂ ਚਮਤਕਾਰ ਕੰਮ ਹੁੰਦੇ ਆ ਉਦੋਂ ਵੀ ਗਵਾਹੀ ਹੁੰਦੀ ਹੈ। ਹਾਲੇਲੂਇਆ, ਰਾਈਟ? ਚਮਤਕਾਰ ਕੰਮ ਅਸੀਂ ਨਹੀਂ ਕਰ ਸਕਦੇ,
ਆਪਣੇ ਵਿੱਚ ਕੋਈ ਪਾਵਰ ਹੈ ਨਹੀਂਗਾ, ਪਾਵਰ ਸਿਰਫ ਪਰਮੇਸ਼ਵਰ ਦਾ ਹੈ, ਔਰ ਜਿਹੜਾ ਉਹਨੇ ਸਾਨੂੰ ਦਿੱਤਾ ਹੈ ਕਿ ਅਸੀਂ ਉਹਦੇ ਗਵਾਹ ਬਣੀਏ। ਠੀਕ ਹੈ ਨਾ। ਓਕੇ, ਆਪਾਂ ਦੇਖਦੇ ਹਾਂ। ਸੋ ਆਪਾਂ ਅੱਗੇ ਪੜ੍ਹਿਆ ਸੀਗਾ, ਤੁਹਾਡੇ ਪੁੱਤ ਤੇ ਤੁਹਾਡੀਆਂ ਧੀਆਂ, ਤੁਹਾਡੇ ਪੁੱਤ ਤੇ ਤੁਹਾਡੀਆਂ ਧੀਆਂ ਉੱਤੇ ਮੈਂ ਦੇਵਾਂਗਾ। ਸਭਨਾਂ ਉੱਤੇ ਪਹਿਲਾਂ ਲਿਖਿਆ ਨਾ, ਸਾਰੇ ਨੂੰ ਢੱਕ ਲਿਆ। ਹੁਣ ਕਹਿੰਦਾ ਪੁੱਤ ਤੇ ਧੀਆਂ। ਓਕੇ, ਇਹ ਹੈਗਾ ਰਿਸ਼ਤਾ ਮੇਰੇ ਭੈਣਾਂ ਤੋਂ ਭਰਾਵੋ, ਰਿਸ਼ਤਾ ਜਿਹੜੇ ਰਿਸ਼ਤੇ ਦੇ ਵਿੱਚ ਆ, ਰਾਈਟ, ਪੁੱਤ ਤੇ ਧੀਆਂ। ਫਿਰ ਉੱਥੇ ਲਿਖਿਆ ਜਿਹੜੇ ਨੌਜਵਾਨ ਤੇ ਜਿਹੜੇ ਬਜ਼ੁਰਗ ਆ, ਇਹ ਹੈਗਾ ਆ ਉਮਰ। ਓਕੇ, ਉਮਰ। ਫਿਰ ਲਿਖਿਆ ਹੈ ਪਰਮੇਸ਼ਰ ਦੇ ਗੋਡਸ ਸਰਵੈਂਟਸ, ਜਿਹੜਾ ਹੈਗਾ ਕਿ ਸਾਡਾ ਸਟੇਟਸ ਕੀ ਆ, ਅਸੀਂ ਉਹਦੇ ਦਾਸ ਆ। ਓਕੇ, ਦਾਸ ਬਣ ਕੇ, ਕਮਾਂਡਰ ਬਣ ਕੇ ਨਹੀਂ। ਓਕੇ, ਟਾਈਟਲ ਲੈ ਕੇ ਨਹੀਂ, ਵੱਡੇ ਵੱਡੇ ਟਾਈਟਲ ਬਣਾ ਕੇ ਜਾਂ ਵੱਡੀ ਵੱਡੀ ਜਗ੍ਹਾ 'ਚ ਬੈਠ ਕੇ ਇੱਦਾਂ, ਉਹ ਨਹੀਂ। ਅਸੀਂ ਉਹਦੇ ਦਾਸ ਆ, ਅਸੀਂ ਉਹਦੇ ਸਰਵੈਂਟ, ਅਸੀਂ ਸੇਵਾ ਕਰਦੇ ਪਰਮੇਸ਼ਰ ਦੀ। ਜਿੱਥੇ ਜਿੱਥੇ ਵੀ ਅਸੀਂ ਜਾਂਦੇ ਹਾਂ, ਅਸੀਂ ਦਾਸ ਬਣ ਕੇ ਜਾਂਦੇ ਹਾਂ, ਅਸੀਂ ਕਮਾਂਡਰ ਬਣ ਕੇ ਨਹੀਂ ਉੱਥੇ ਜਾਂਦੇਗੇ, ਰਾਈਟ। ਉਹਨੇ ਕਿਹਾ ਸਾਰੇ ਮੇਰੇ ਦਾਸਾਂ ਦੇ ਉੱਤੇ। ਫਿਰ ਲਿਖਿਆ ਹੈ ਮਰਦਾਂ ਉੱਤੇ ਔਰ ਔਰਤਾਂ ਉੱਤੇ। ਓਕੇ, ਕੋਈ ਕਿਸੇ ਭੈਣ ਨੂੰ ਜਾਂ ਕਿਸੇ ਔਰਤ ਨੂੰ ਕੋਈ ਨਾ ਤੁਹਾਨੂੰ ਕਵੇ ਕਿ ਤੁਸੀਂ ਪਰਮੇਸ਼ਰ ਦੇ ਕੰਮ ਨਹੀਂ ਕਰ ਸਕਦੇ, ਜੇ ਪਰਮੇਸ਼ਰ ਨੇ ਆਪਦਾ ਪਵਿੱਤਰ ਆਤਮਾ ਹਰ ਇੱਕ ਦੇ ਉੱਤੇ ਦਿੱਤਾ ਹੈ। ਔਰ ਇੱਥੇ ਬੜੀ ਸਫਾਈ ਦੇ ਨਾਲ ਲਿਖਿਆ ਆ, ਰਾਈਟ, 18ਵੀਂ ਐਦ ਵਿੱਚ। 18ਵੀਂ ਐਦ ਫਿਰ ਪੜ੍ਹੇ ਛੇਤੀ ਦੇਣੇ ਜੋਤੀ। ਮੈਂ ਆਪਣੇ ਦਾਸਾਂ ਅਤੇ ਦਾਸੀਆਂ ਉੱਤੇ ਵੀ ਉਹਨਾਂ ਦਿਨਾਂ ਵਿੱਚ ਆਪਣੀ ਆਤਮਾ ਡੋਲਾਂਗਾ। ਆਪਣੇ ਦਾਸ ਤੇ ਦਾਸੀਆਂ ਉੱਤੇ, ਜਿੰਨੇ ਭਰਾ ਆ ਉਹ ਦਾਸ ਹੈ, ਜਿੰਨੀਆਂ ਭੈਣਾਂ ਉਹ ਦਾਸੀਆਂ ਹੈ, ਸਭਨਾਂ ਦੇ ਉੱਤੇ। ਕੋਈ ਤੁਹਾਨੂੰ ਕਦੇ ਵੀ ਨਾ ਕਵੇ ਕਿ ਤੁਸੀਂ ਨਹੀਂ ਕਰ ਸਕਦੇ, ਤੁਸੀਂ ਨਹੀਂ, ਤੁਸੀਂ ਔਰਤ ਆ ਜਾਂ ਤੁਸੀਂ ਇੱਦਾਂ ਆ, ਤੁਸੀਂ ਉਹਦਾ ਨਹੀਂ। ਪਰਮੇਸ਼ਰ ਦੇ ਦਾਸ ਤੇ ਦਾਸੀਆਂ, ਰਾਈਟ, ਸਭਨਾਂ ਦੇ ਉੱਤੇ ਪਰਮੇਸ਼ਰ ਨੇ ਆਖਿਆ ਮੈਂ ਆਪਦਾ ਆਤਮਾ ਬਹਾਵਾਂਗਾ। ਓਕੇ, ਕਾਹਦੇ ਵਾਸਤੇ? ਕਿ ਪਰਮੇਸ਼ਰ ਦੇ ਗਵਾਹ ਬਣੀਏ, ਰਾਈਟ। ਇਹ ਇੱਕ ਜਦੋਂ ਫਿਲੀਪੀਨ ਦੇ ਵਿੱਚ ਨਾ ਉਹਨਾਂ ਨੇ ਆਪਦੇ ਰਾਜ ਨੂੰ ਪਲਟਾਇਆ ਨਾ, ਕਈ ਸਾਲਾਂ ਦੀ ਗੱਲ ਹੈ, ਜਦੋਂ ਫਰਡੀਨੈਂਡ ਮਾਰਕੋਸ ਜਿਹੜਾ ਪ੍ਰੈਸੀਡੈਂਟ ਸੀਗਾ, ਉਹ ਦੇਸ਼ ਦੇ ਲੋਕ ਸਾਰਿਆਂ ਨੇ ਏਕਤਾ ਹੋ ਗਿਆ, ਔਰ ਫਿਲੀਪੀਨ ਦੇ ਵਿੱਚ ਜਿਹੜਾ ਪ੍ਰੈਸੀਡੈਂਟ ਸੀਗਾ ਉਹਨੂੰ ਹਰਾਤਾ, ਦੇਸ਼ ਤੋਂ ਭਜਾਤਾ ਉਹਨੂੰ। ਓਕੇ, ਉਹਨੂੰ ਉਦੋਂ ਕਹਿੰਦੇ ਸੀਗੇ ਪੀਪਲ ਪਾਵਰ। ਪੀਪਲ ਪਾਵਰ ਮੀਨਸ ਜਨਤਾ ਦਾ ਪਾਵਰ। ਮੈਂ ਇਹ ਕਹਿਣਾ ਚਾਹੁੰਦਾ ਹੈ, ਇਹ ਜਨਤਾ ਦਾ ਪਾਵਰ ਨਹੀਂਗਾ, ਇਹ ਪਰਮੇਸ਼ਰ ਦਾ ਪਾਵਰ ਜਨਤਾ ਦੇ ਵਿੱਚ, ਪਰਮੇਸ਼ਰ ਦਾ ਪਾਵਰ ਲੋਕਾਂ ਦੇ ਵਿੱਚ। ਇਹ ਸਾਡਾ ਪਾਵਰ ਨਹੀਂਗਾ, ਇਹ ਲੋਕਾਂ ਦਾ ਪਾਵਰ ਨਹੀਂਗਾ, ਪਰ ਪਰਮੇਸ਼ਰ ਦਾ ਪਾਵਰ ਆਮ ਲੋਕਾਂ ਦੇ ਵਿੱਚ, ਕੁੜੀਆਂ ਮੁੰਡਿਆਂ ਦੇ ਵਿੱਚ, ਬੱਚਿਆਂ ਦੇ ਵਿੱਚ, ਧੀਆਂ ਦੇ ਵਿੱਚ, ਪੁੱਤਰਾਂ ਦੇ ਵਿੱਚ, ਬਜ਼ੁਰਗਾਂ ਦੇ ਵਿੱਚ, ਨੌਜਵਾਨਾਂ ਦੇ ਵਿੱਚ, ਹਰ ਇੱਕ ਦੇ ਵਿੱਚ। ਕੋਈ ਵੀ ਨਹੀਂ ਕਹਿ ਸਕਦਾ ਜੇ ਮੈਥੋਂ ਨਹੀਂ ਹੁਣ ਹੁੰਦਾ, ਮੈਂ ਤਾਂ ਹੁਣ ਬਜ਼ੁਰਗ ਹੋ ਗਿਆ ਹੈ। ਪਰਮੇਸ਼ਰ ਕਹਿੰਦਾ ਵਧੀਆ ਹੈ, ਜਦੋਂ ਤੂੰ ਜਵਾਨ ਸੀ ਨਾ, ਤੈਨੂੰ ਨਸ਼ਾ ਜਿਹਾ ਸੀਗਾ, ਤੇਰੇ 'ਚ ਬੜੀ ਤਾਕਤ ਸੀਗੀ, ਹੁਣ ਤੈਨੂੰ ਮੇਰੀ ਲੋੜ ਪੈਂਦੀ ਆ। ਭਲਾ ਅਸੀਂ ਜਵਾਨ ਆ, ਭਲਾ ਅਸੀਂ ਪੜ੍ਹੇ ਆ, ਭਲਾ ਅਸੀਂ ਅਨਪੜ੍ਹ ਆ, ਭਲਾ ਅਸੀਂ ਅਮੀਰ ਆ, ਭਲਾ ਅਸੀਂ ਗਰੀਬ ਆ, ਸਾਡੀ ਕੋਈ ਵੀ ਹਾਲਾਤ ਹੋਵੇ, ਸਾਡਾ ਪਰਮੇਸ਼ਰ ਆਪਦੇ ਪਵਿੱਤਰ ਆਤਮਾ ਨੂੰ ਹਰ ਇੱਕ ਅੰਤ ਦੇ ਦਿਨਾਂ ਦੇ ਉੱਤੇ ਉਹ ਬਹਾਉਂਦਾ ਆ, ਇਸ ਵਾਸਤੇ ਕਿ ਅਸੀਂ ਉਹਦੇ ਗਵਾਹ ਬਣ ਸਕੀਏ। ਸੋ ਇੱਥੇ ਆਪਾਂ ਦੇਖਦੇ ਹਾਂ ਕਿ ਜੇ ਉਹ ਪੌਲ ਦੀ ਇਸਤੇਮਾਲ ਕਰ ਸਕਦਾ ਸੀਗਾ, ਫਿਰ ਅੱਜ ਦੇ ਪਰਮਜੀਤ ਤੇ ਮਨਜੀਤ ਤੇ ਹਰਜੀਤ ਤੇ ਸਰਜੀਤ ਤੇ ਜਿੰਨੇ ਹੈਗੇ ਆ, ਸਾਰਿਆਂ ਦੀ ਇਸਤੇਮਾਲ ਕਰ ਸਕਦਾ ਹੈ। ਜਿੰਨੇ ਭੈਣ ਭਰਾ ਜੁੜੇ ਹੋਏ ਨੇ, ਸਾਰਿਆਂ ਨੂੰ ਇਸਤੇਮਾਲ ਉਹ ਕਰ ਸਕਦਾ, ਕੱਲੇ ਨੂੰ ਇਸਤੇਮਾਲ ਕਰ ਸਕਦਾ ਹੈ। ਜੇ ਉਹ ਪੌਲ ਨੂੰ ਯੂਜ਼ ਕਰ ਸਕਦਾ ਸੀਗਾ, ਸਾਨੂੰ ਵੀ ਯੂਜ਼ ਕਰ ਸਕਦਾ। ਮੈਂ ਤੁਹਾਨੂੰ ਇੱਕ ਹੋਰ ਦਿਖਾਉਂਦਾ ਹਾਂ। ਤੁਸੀਂ ਜੇਮਸ ਨੂੰ ਕੀ ਕਹਿੰਦੇ? ਯਾਕੂਬ ਕਹਿੰਦੇ ਆ, ਬੁੱਕ ਆਫ ਜੇਮਸ, ਜੇਮਸ ਦੀ ਪੋਥੀ 5ਵਾਂ ਚੈਪਟਰ, ਜਲਦੀ ਦਿਨ ਖੋਲੋ, ਜੇਮਸ ਚੈਪਟਰ 5। ਜੇਮਸ ਦੀ ਪੋਥੀ, ਯਾਕੂਬੀ ਕਹਿੰਦੇ ਨੇ ਮੇਰੇ ਖਿਆਲ ਜੇਮਸ ਨੂੰ, ਹਾਂਜੀ, ਜੇਮਸ ਦੀ ਪੋਥੀ 5ਵਾਂ ਚੈਪਟਰ 16ਵੀਂ ਆਇਤ ਪੜ੍ਹਿਓ। ਹਾਂਜੀ ਜੋਤੀ, ਅਨਮਿਊਟ ਕਰਿਓ। ਹਾਂਜੀ, ਤੁਸੀਂ ਇੱਕ ਦੂਜੇ ਦੇ ਸਾਹਮਣੇ ਆਪਣੇ ਆਪਣੇ ਪਾਪ ਸਵੀਕਾਰ ਕਰੋ ਅਤੇ ਇੱਕ ਦੂਜੇ ਦੇ ਲਈ ਪ੍ਰਾਰਥਨਾ ਵੀ ਕਰੋ ਕਿ ਤੁਸੀਂ ਚੰਗੇ ਹੋ ਜਾਵੋ। ਭਲੇ ਆਦਮੀ ਦੀ ਪ੍ਰਾਰਥਨਾ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ ਕਿਉਂਕਿ ਪਰਮੇਸ਼ਰ ਉਸ ਦੇ ਦੁਆਰਾ ਕੰਮ ਕਰਦਾ ਹੈ। ਓਕੇ, ਇੱਥੇ ਜੋਤੀ ਤੁਸੀਂ ਕੀ ਪੜ੍ਹਿਆ ਕਿ ਭਲੇ ਆਦਮੀ ਦੀ? ਹਾਂਜੀ। ਓਕੇ, ਜਿਹੜਾ ਇੱਥੇ ਲਿਖਿਆ ਨਾ ਭਲੇ ਆਦਮੀ ਦੀ, ਭਲੇ ਆਦਮੀ ਦੀ ਨਹੀਂ ਗੀ, ਉੱਥੇ ਹੈਗਾ ਆ ਰਸਤਬਾਜ਼ ਆਦਮੀ ਦੀ। ਓਕੇ, ਰਾਈਚਸ, ਧਾਰਮਿਕਤਾ ਹੈ ਨਾ ਸ਼ਬਦ, ਧਾਰਮਿਕਤਾ, ਰਾਈਟ। ਜਿਹੜਾ ਰਾਈਚਸ ਪਰਸਨ ਹੈ ਨਾ, ਰਾਈਟ, ਉਹਦੀ ਪ੍ਰਾਰਥਨਾ ਨੂੰ ਪ੍ਰਭੂ ਜ਼ਰੂਰ ਸੁਣਦਾ ਹੈ।
ਹੁਣ ਧਾਰਮਿਕਤਾ ਕੌਣ ਆ, ਰਾਈਚੀਅਸ ਕੌਣ ਆ? ਤੁਸੀਂ ਕਹੋਗੇ ਪਾਸਟਰ ਜੀ ਮੈਂ ਨਹੀਂ ਗਾ, ਹਨਾ ਉਹ ਹੋਣਗੇ ਜਿਹੜੇ ਨਾ 12-12 ਘੰਟੇ ਪ੍ਰਾਰਥਨਾ ਕਰਦੇ ਆ, ਜਾਂ ਜਿਹੜੇ ਨਾ ਸਾਲ ਮਹੀਨਾ ਵਰਤ ਰੱਖਦੇ ਆ, ਜਾਂ ਜਿਹੜੇ ਆਹ ਕਰਦੇ ਜਾਂ ਉਹ ਤਾਂ ਜਿਹੜਾ ਸ਼ਬਦ ਉੱਥੇ ਪੰਜਾਬੀ 'ਚ ਲਿਖਿਆ ਭਲੇ ਭਲੇ ਲੋਕਾਂ ਦੇ ਬਾਰੇ ਲਿਖਿਆ, ਭਲੇ ਲਿਖਿਆ ਜੋ ਤੁਸੀਂ ਅਨਮਿਊਟ ਹੀ ਰੱਖਿਓ। ਹਾਂਜੀ ਹਾਂ ਓਕੇ, ਭਲੇ ਨਹੀਂ, ਭਲੇ ਦਾ ਮਤਲਬ ਤਾਂ ਇਹ ਹੋਗਾ ਜਿਹੜੇ ਚੰਗੇ ਕੰਮ ਕਰਦੇ ਆ, ਰਾਈਟ? ਉਹਨੇ ਨਹੀਂ, ਉਹ ਭਲੇ ਲੋਕਾਂ ਨੇ। ਧਰਮੀ ਵੀ ਹੈਗਾ, ਮੇਰੇ ਵਾਲੀ ਵਿੱਚ ਧਰਮੀ ਹੈ, ਧਾਰਮਿਕ ਲਿਖਿਆ ਨਾ, ਹਾਂ ਵੈਰੀ ਗੁੱਡ। ਧਰਮੀ ਲੋਕਾਂ ਦਾ ਇੱਥੇ ਮਤਲਬ ਜਿਹੜੇ ਰਾਈਚਸ ਆ। ਹੁਣ ਆਪਾਂ ਨੂੰ ਕਿਵੇਂ ਪਤਾ ਕਿ ਅਸੀਂ ਰਾਈਚਸ ਆ? ਮੈਂ ਤੁਹਾਨੂੰ ਇਹ ਹੌਸਲਾ ਦੇਣਾ ਚਾਹੁੰਦਾ ਕਿ ਜੇ ਪਰਮੇਸ਼ਰ ਜਦੋਂ ਆਪਦਾ ਛੁਟਕਾਰਾ, ਜਦੋਂ ਪਰਮੇਸ਼ਰ ਕੰਮ ਕਰਦਾ ਹੈ, ਉਹ ਕਿਹਦੀ ਇਸਤੇਮਾਲ ਕਰਦਾ? ਲਿਖਿਆ ਸੰਤ ਪੌਲ ਦੇ ਹੱਥੀਂ, ਸੰਤ ਪੌਲ ਦੇ ਜ਼ਰੀਏ ਉਹਨੇ ਕੰਮ ਕੀਤਾ। ਅੱਜ ਅਸੀਂ ਵੀ ਸੰਤ ਪੌਲ ਵਾਂਗੂ ਹੀ ਆ, ਜੇਕਰ ਸਾਡੇ ਉੱਤੇ ਪਵਿੱਤਰ ਆਤਮਾ ਦਾ ਬਪਤਿਸਮਾ ਪਰਮੇਸ਼ਰ ਨੇ ਦਿੱਤਾ ਹੋਇਆ ਹੈ ਔਰ ਅਸੀਂ ਪ੍ਰਭੂ ਦੇ ਦਾਸ ਤੇ ਦਾਸੀਆਂ ਹੀ ਆ, ਅਸੀਂ ਵੀ ਉਹੀ ਕੰਮ ਕਰ ਸਕਦੇ ਜਿਹੜਾ ਪ੍ਰਭੂ ਦੇ ਸੰਤ ਪੌਲ ਦੇ ਰਾਹੀਂ ਉਹਨੇ ਕੀਤਾ ਸੀਗਾ। ਸਾਨੂੰ ਕਿਵੇਂ ਪਤਾ ਹੈ ਕਿ ਅਸੀਂ ਵੀ ਧਾਰਮਿਕਤਾ ਪਾਈ, ਅਸੀਂ ਵੀ ਰਾਈਚਸ ਹੋਏ ਹੋਏ ਹਾਂ? ਤੁਸੀਂ ਲਿਖ ਲਿਓ ਪਹਿਲੇ ਕੋਰਿੰਥੀਆਂ ਦੀ ਪਹਿਲਾ ਚੈਪਟਰ ਦੀ 30 ਐਦ, 1 Corinthians 1:30, ਪਹਿਲੇ ਕੋਰਿੰਥੀਆਂ ਦੀ 1 ਦੀ 30 ਐਦ। ਓਕੇ, ਸੋ ਉੱਥੇ ਭਲੇ ਲੋਕ ਨਹੀਂ ਗਾ, ਧਾਰਮਿਕਤਾ ਲੋਕ ਆ, ਉਹਨਾਂ ਦੇ ਰਾਹੀਂ ਰਾਏ, ਉਹਨਾਂ ਦੀ ਪ੍ਰਾਰਥਨਾ। ਬਾਈਬਲ 'ਚ ਕੀ ਲਿਖਿਆ ਆਪਾਂ ਹੁਣ 16ਵੀਂ ਐਦ ਪੜ੍ਹ ਕੇ ਤੇ ਯਾਕੂਬ ਦੀ, ਕਿ ਉਹ ਕੀ ਬਹੁਤ ਪਾਵਰਫੁਲ ਆ, ਹੈ ਨਾ, ਬਹੁਤ ਸ਼ਕਤੀਸ਼ਾਲੀ ਆ, ਰਾਈਟ? ਹੁਣ ਪਹਿਲੇ ਕੋਰਿੰਥੀਆਂ ਦੀ ਪਹਿਲੀ 1 ਦੀ 30 ਪੜ੍ਹਿਓ ਜਲਦੀ ਦੇਣੀ ਜੋਤੀ। ਹਾਂਜੀ, ਪਰ ਪਰਮੇਸ਼ਰ ਨੇ ਹੀ ਤੁਹਾਡੇ ਮੇਲ ਮਸੀਹ ਨਾਲ ਕਰਵਾਇਆ ਹੈ ਅਤੇ ਉਸਨੇ ਹੀ ਮਸੀਹ ਨੂੰ ਸਾਡੀ ਬੁੱਧ ਬਣਾਇਆ ਹੈ। ਮਸੀਹ ਦੇ ਦੁਆਰਾ ਹੀ ਅਸੀਂ ਪਰਮੇਸ਼ਰ ਦੇ ਸਾਹਮਣੇ ਉਚਿਤ ਠਹਿਰੇ ਗਏ ਹਾਂ। ਉਸ ਦੇ ਦੁਆਰਾ ਹੀ ਪਰਮੇਸ਼ਰ ਦੇ ਪਵਿੱਤਰ ਲੋਕ ਠਹਿਰੇ ਹਾਂ ਅਤੇ ਅਸੀਂ ਛੁਟਕਾਰਾ ਵੀ ਪਾਇਆ ਹੈ। ਓਕੇ, ਜਿੱਥੇ ਲਿਖਿਆ ਪਹਿਲਾਂ ਕੀ ਲਿਖਿਆ ਸੀਗਾ? ਅਸੀਂ ਪਰਮੇਸ਼ਰ ਨੇ ਹੀ ਉਚਿਤ ਲਿਖਿਆ, ਉਚਿਤ ਪਹਿਲਾਂ ਕੀ ਗੱਲ ਉਚਿਤ ਲਿਖਿਆ? ਹਾਂਜੀ, ਕੀ ਲਿਖਿਆ? ਕੀ ਸ਼ਬਦ ਬੋਲੋ? ਪਰ ਪਰਮੇਸ਼ਰ ਨੇ ਹੀ ਤੁਹਾਡਾ ਮੇਲ ਮਸੀਹ ਨਾਲ ਕਰਵਾਇਆ ਹੈ ਅਤੇ ਉਸਨੇ ਹੀ ਮਸੀਹ ਨੂੰ ਸਾਡੀ ਬੁੱਧ ਬਣਾਇਆ ਹੈ। ਅੱਗੇ, ਮਸੀਹ ਦੇ ਦੁਆਰਾ ਹੀ ਅਸੀਂ ਪਰਮੇਸ਼ਰ ਦੇ ਸਾਹਮਣੇ ਉਚਿਤ ਠਹਿਰਾਏ ਗਏ ਹਾਂ। ਉਚਿਤ ਜੋ ਤੁਸੀਂ ਸ਼ਬਦ ਬੋਲ ਰਹੇ ਨਾ, ਅਸਲੀ ਉਹ ਹੈਗਾ ਧਾਰਮਿਕਤਾ। ਪਰਮੇਸ਼ਰ ਨੇ ਹੀ ਸਾਨੂੰ ਧਾਰਮਿਕਤਾ ਬਣਾਇਆ, ਉਹਨੇ ਸਾਨੂੰ ਬਣਾਇਆ ਹੈ, ਉਹਨੇ ਸਾਨੂੰ ਪਵਿੱਤਰ ਬਣਾਇਆ, ਉਹਨੇ ਸਾਨੂੰ ਮੁੜ ਕੇ ਖਰੀਦਿਆ। ਰਿਡੈਂਪਸ਼ਨ ਉਹਦੇ ਰਾਹੀਂ ਅਸੀਂ ਪਾਈ ਆ, ਰਾਈਚਸਨੈਸ ਉਹਦੇ ਰਾਹੀਂ ਅਸੀਂ ਪਾਈ ਆ, ਅਤੇ ਪਵਿੱਤਰਤਾ ਹੋਲੀਨੈਸ ਵੀ ਅਸੀਂ ਉਹਦੇ ਰਾਹੀਂ ਪਾਈ ਆ। ਪਰਮੇਸ਼ਰ ਨੇ ਸਾਨੂੰ ਇਹ ਦਿੱਤਾ ਹੈ। ਜੇ ਪਰਮੇਸ਼ਰ ਸਾਨੂੰ ਨਾ ਦਿੰਦਾ ਤਾਂ ਅਸੀਂ ਨਹੀਂ ਸੀ, ਅਸੀਂ ਭਲੇ ਲੋਕਾਂ ਦੇ ਨੇ। ਤਾਂ ਇਹ ਲਿਖਿਆ ਆ ਯਾਕੂਬ ਦੀ ਪੋਥੀ ਦੇ ਵਿੱਚ ਕਿ ਜਿਹੜੇ ਧਾਰਮਿਕਤਾ ਲੋਕ ਆ ਉਹਨਾਂ ਦੀ ਪ੍ਰਾਰਥਨਾ ਦੇ ਵਿੱਚ ਸ਼ਕਤੀ ਹੁੰਦੀ ਆ। ਕਿ ਅਸੀਂ ਜਾਣਦੇ ਹਾਂ ਕਿ ਅਸੀਂ ਕੌਣ ਆ, ਅਸੀਂ ਜਾਣਦੇ ਹਾਂ ਕਿ ਅਸੀਂ ਰਾਈਚਸ, ਅਸੀਂ ਪਵਿੱਤਰ, ਅਸੀਂ ਖਰੀਦੇ ਹੋਏ ਲੋਕ ਹਾਂ। ਜਿੰਨਾ ਚਿਰ ਸਾਨੂੰ ਸਾਡੀ ਪਹਿਚਾਣ ਦਾ ਨਹੀਂ ਪਤਾ ਕਿ ਸਾਡੀ ਪਹਿਚਾਣ ਕੀ ਹੈ, ਜਦੋਂ ਅਸੀਂ ਸਾਡੀ ਪਹਿਚਾਣ ਨੂੰ ਜਾਣਾਂਗੇ ਉਦੋਂ ਅਸੀਂ ਦੇਖਾਂਗੇ ਕਿ ਅਸੀਂ ਪਰਮੇਸ਼ਰ ਦੇ ਕੰਮ ਕਰ ਸਕਦੇ ਹਾਂ, ਕਿਉਂਕਿ ਉਹਨੇ ਸਭ ਕੁਝ ਸਾਨੂੰ ਦਿੱਤਾ ਹੈ। ਪਵਿੱਤਰ ਆਤਮਾ ਵੀ ਤਾਂ ਉਹਨੇ ਹੀ ਸਾਨੂੰ ਦਿੱਤਾ ਹੈ, ਉਹਨੇ ਪਾਵਰ ਵੀ ਉਹਨੇ ਸਾਨੂੰ ਦਿੱਤਾ ਹੈ, ਰਾਈਟ? ਹੁਣ 17ਵੀਂ ਐਦ ਪੜ੍ਹੋ, ਉਹ ਯਾਕੂਬ ਦੇ 5 ਚੈਪਟਰ ਦੀ 17ਵੀਂ ਐਦ ਜੋਤੀ। ਏਲੀਆ ਨਬੀ ਵੀ ਸਾਡੇ ਵਰਗਾ ਹੀ ਆਦਮੀ ਸੀ। ਓਕੇ, ਇੱਕ ਮਿੰਟ ਰੁਕੋ। ਕਿਉਂ ਜ਼ਰੂਰਤ ਸੀ ਕਹਿਣ ਦੀ ਕਿ ਏਲੀਆ ਵੀ ਸਾਡੇ ਵਰਗਾ ਇੱਕ ਆਦਮੀ ਸੀ? ਕਿਉਂ ਜ਼ਰੂਰਤ ਸੀ? ਕਿਉਂਕਿ ਸਾਨੂੰ ਇਹ ਨਾ ਭੁਲੇਖਾ ਰਵੇ ਕਿ ਉਹ ਏਲੀਆ ਪਤਾ ਨਹੀਂ ਕਿੱਡਾ ਵੱਡਾ ਸੀਗਾ, ਏਲੀਆ ਪਤਾ ਨਹੀਂ ਕਿਹੋ ਜਿਹਾ ਸੀਗਾ ਨਾ। ਉਹ ਕਹਿੰਦਾ ਉਹ ਵੀ ਤੇਰੇ ਵਰਗਾ ਹੀ ਸੀਗਾ, ਹੈ ਨੂਰ, ਏਲੀਆ ਵੀ ਤੇਰੇ ਵਰਗਾ ਹੀ ਸੀਗਾ, ਠੀਕ ਆ ਕਿ ਨਹੀਂ? ਇਹ ਸੁਣ ਰਹੇ ਆ, ਹੈ ਨਾ? ਏਲੀਆ ਵੀ ਤੇਰੇ ਤੇ ਮੇਰੇ ਵਰਗਾ ਹੀ ਸੀਗਾ, ਉਹ ਵੀ ਇੱਕ ਮਨੁੱਖ ਸੀਗਾ। ਪਰ ਬਾਈਬਲ 'ਚ ਲਿਖਿਆ ਹੈ ਜਦੋਂ ਉਹ ਪ੍ਰਾਰਥਨਾ ਕੀਤੀ, ਜਦੋਂ ਉਹਨੇ ਆਖਿਆ ਬਰਸਾਤ ਮੀਂਹ ਰੁਕ ਜਾਵੇ, ਮੀਂਹ ਨਹੀਂ ਪਿਆ, ਅਤੇ ਜਦੋਂ 3.5 ਸਾਲ ਮੀਂਹ ਨਹੀਂ ਪਿਆ, ਜਦੋਂ ਉਹਨੇ ਫਿਰ ਪ੍ਰਾਰਥਨਾ ਕੀਤੀ ਫਿਰ ਮੀਂਹ ਜ਼ਮੀਨ ਦੇ ਉੱਤੇ ਆ ਗਿਆ। ਦੇਖੋ ਮੇਰੇ ਭੈਣ ਭਰਾਵੋ, ਮੈਂ ਕੀ ਕਹਿਣਾ ਚਾਹੁੰਦਾ, ਧਿਆਨ ਨਾਲ ਸੁਣੋ, ਆਲਰਾਈਟ? ਮੈਂ ਕੀ ਕਹਿਣਾ ਚਾਹੁੰਦਾ? ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਪਰਮੇਸ਼ਰ ਚਾਹੁੰਦਾ ਆ ਕਿ ਜਿਹੜੇ ਉਹਦੇ ਲੋਕ ਆ ਉਹ ਜਾਣ ਸਕਣ ਕਿ ਉਹ ਕੌਣ ਆ। ਸਾਨੂੰ ਮਸੀਹ ਲੋਕਾਂ ਨੂੰ ਕਈ ਵਾਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਕੌਣ ਆ, ਰਾਈਟ? ਅਸੀਂ ਉਹਦੇ ਪੁੱਤ ਤੇ ਧੀਆਂ ਆ। ਯੋਹੰਨਾ 1:12 ਦੇ ਵਿੱਚ ਲਿਖਿਆ, ਰਾਈਟ? ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ ਉਹਨੇ ਅਧਿਕਾਰ ਦਿੱਤਾ ਪੁੱਤ ਤੇ ਧੀਆਂ ਹੋਣ ਦਾ। ਯੋਹੰਨਾ 1:12 ਦੇ ਵਿੱਚ ਇਹ ਲਿਖਿਆ ਹੈ। ਫਿਰ ਸਾਨੂੰ ਪਰਮੇਸ਼ਰ ਨੇ ਆਪਦੀ ਪਵਿੱਤਰ ਆਤਮਾ ਦਿੱਤੀ ਆ, ਰਸੂਲਾਂ ਦੀ ਪੋਥੀ ਦੇ ਵਿੱਚ 1:8 ਵਿੱਚ ਲਿਖਿਆ, ਰਾਈਟ?
ਉਹਨੇ ਆਪਦਾ ਪਾਵਰ ਦਿੱਤਾ, ਸਾਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦਿੱਤਾ, ਅਸੀਂ ਪਾਵਰ ਪਾਇਆ, ਰਾਈਟ। ਫਿਰ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ, ਪਹਿਲੇ ਕੁਰਿੰਥੀਆਂ ਦੀ 1:30 ਦੇ ਵਿੱਚ ਲਿਖਿਆ ਕਿ ਉਹਨੇ ਸਾਨੂੰ ਧਰਮਿਕਤਾ ਬਣਾਇਆ ਹੈ, ਰਾਈਟ। ਪਰਮੇਸ਼ਰ ਦੇ ਬੱਚੇ ਆ, ਪਰਮੇਸ਼ਰ ਦੀ ਸ਼ਕਤੀ ਨੂੰ ਪਾਇਆ, ਅਸੀਂ ਧਰਮਿਕਤਾ ਆ। ਔਰ ਅਸੀਂ ਫਿਰ ਸਾਡੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਹੈ ਨਹੀਂ ਗੀ, ਓਕੇ, ਕਿਹੜੀ ਚੀਜ਼ ਜਿਹੜੀ ਹੈ ਨਹੀਂ ਗੀ? ਯੋਹੰਨਾ 1:12 ਜਿੱਥੇ ਲਿਖਿਆ ਪੁੱਤ ਤੇ ਧੀਆਂ, ਓਕੇ। ਯੋਹੰਨਾ ਦੀ, ਮੈਂ ਫਿਰ ਦੱਸਦਾ, ਯੋਹੰਨਾ ਦੀ 1:12 ਦੇ ਵਿੱਚ ਲਿਖਿਆ ਕਿ ਅਸੀਂ ਪਰਮੇਸ਼ਰ ਦੇ ਬੱਚੇ ਹਾਂ ਜਿਨ੍ਹਾਂ ਨੇ ਵਿਸ਼ਵਾਸ ਰੱਖਿਆ। ਔਰ ਪਵਿੱਤਰ ਆਤਮਾ ਦੇ ਬਾਰੇ, ਪਾਵਰ ਦੇ ਬਾਰੇ ਲਿਖਿਆ ਰਸੂਲਾਂ ਦੀ 1:8 ਵਿੱਚ ਲਿਖਿਆ ਹੈ। ਔਰ ਜਿੱਥੇ ਧਰਮਿਕਤਾ ਦੀ ਗੱਲ ਲਿਖੀ ਹੈ, ਪਰਮੇਸ਼ਰ ਸਾਨੂੰ ਦਿੱਤਾ, ਉਹ ਹੈਗੇ ਪਹਿਲੇ ਕੁਰਿੰਥੀਆਂ ਦੀ 1:30, ਰਾਈਟ। ਜੇ ਈਲੀਆ ਕਰ ਸਕਦਾ ਸੀਗਾ, ਉਹ ਇੱਕ ਮਨੁੱਖ ਹੋ ਕੇ ਇੰਨਾ ਕੁਝ ਕਰ ਸਕਦਾ ਸੀਗਾ, ਉਹਦੀ ਵਜ੍ਹਾ ਦੱਸਣ ਦੀ ਕਿ ਉਹ ਵੀ ਮਨੁੱਖ ਸੀਗਾ। ਇਹਦਾ ਮਤਲਬ ਕਹਿਣ ਦਾ ਤੁਸੀਂ ਵੀ ਕਰ ਸਕਦੇ, ਮੈਂ ਵੀ ਕਰ ਸਕਦਾ ਹਾਂ। ਹਾਲੇਲੂਇਆ। ਅਸੀਂ ਸਾਰੇ ਪਰਮੇਸ਼ਰ ਦਾ ਕੰਮ ਕਰ ਸਕਦੇ ਹਾਂ। ਫਰਕ ਕੀ ਆ? ਫਰਕ ਇਹ ਆ, ਸਾਨੂੰ ਸਾਡੇ ਅਧਿਕਾਰ ਦਾ ਨਹੀਂ ਪਤਾ ਗਾ ਕਿ ਸਾਨੂੰ ਰੱਬ ਨੇ ਅਧਿਕਾਰ ਕਿਹੜਾ ਦਿੱਤਾ ਹੈ, ਕਿ ਉਹਨੇ ਸਾਨੂੰ ਅਥਾਰਟੀ ਕੀ ਦਿੱਤੀ ਆ। ਤੁਹਾਨੂੰ ਪਤਾ ਸ਼ੈਤਾਨੀ ਤਾਕਤਾਂ ਦੇ ਨਾਲ ਨਾ ਤਾਂ ਦਿਮਾਗ ਨਾਲ ਲੜਾਈ ਹੋ ਸਕਦੀ ਆ, ਨਾ ਸਾਡੀ ਆਪਦੀ ਬੋਡੀ ਦੇ ਨਾਲ ਲੜਾਈ ਹੋ ਸਕਦੀ ਆ। ਇੱਕ ਚੀਜ਼ ਨੂੰ ਸ਼ੈਤਾਨ ਪਛਾਣਦਾ ਆ, ਪਤਾ ਕਿਹੜੀ ਚੀਜ਼ ਨੂੰ? ਕਿ ਸਾਨੂੰ ਪਤਾ ਕਿ ਨਹੀਂ ਸਾਡਾ ਅਧਿਕਾਰ ਦਾ, ਸਾਨੂੰ ਪਤਾ ਅਸੀਂ ਕੌਣ ਹੈਗੇ ਆ ਜਾਂ ਨਹੀਂ। ਜਲਦੀ ਦੇ ਨਾਲ ਪੜ੍ਹੋ ਲੂਕਾ ਦੀ 10:19 ਪਲੀਜ਼ ਜੋਤੀ, ਲੂਕਾ ਦੀ 10:19। ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦੀ ਸ਼ਕਤੀ ਦਿੱਤੀ ਹੈ। ਮੈਂ ਸ਼ੈਤਾਨ ਦੀਆਂ ਤਾਕਤਾਂ ਉੱਤੇ ਤੁਹਾਨੂੰ ਅਧਿਕਾਰ ਦਿੱਤਾ ਹੈ। ਕੋਈ ਚੀਜ਼ ਵੀ ਤੁਹਾਨੂੰ ਨੁਕਸਾਨ ਨਹੀਂ ਕਰ ਸਕਦੀ। ਪ੍ਰਭੂ ਨੇ ਕੀ ਕਿਹਾ ਆਪਦੇ ਚੇਲਿਆਂ ਨੂੰ? ਮੈਂ ਤੁਹਾਨੂੰ ਕੀ ਦਿੱਤਾ ਹੈ? ਅਧਿਕਾਰ। ਕਿਹੋ ਜਿਹਾ ਅਧਿਕਾਰ ਦਿੱਤਾ ਹੈ? ਕੀ ਕਰਨ ਵਾਸਤੇ ਜੋਤੀ? ਕੋਈ ਚੀਜ਼ ਵੀ ਤੁਹਾਨੂੰ ਨੁਕਸਾਨ ਨਹੀਂ ਕਰ ਨਹੀਂ ਅੱਗੇ ਲਿਖਿਆ ਮੈਂ ਤੁਹਾਨੂੰ ਅਧਿਕਾਰ ਦਿੱਤਾ ਕਾਹਦੇ ਉੱਤੇ? ਕਿਹੜੀ ਚੀਜ਼ ਲਿਤਰਨ ਵਾਸਤੇ? ਸੱਪਾਂ ਅਤੇ ਬਿੱਛੂਆਂ ਉੱਤੇ, ਰਾਈਟ। ਉਹਦਾ ਇਹ ਨਹੀਂ ਸਿਰਫ ਮਤਲਬ ਸੱਪ ਤੇ ਬਿੱਛੂ, ਇਹ ਹੈਗਾ ਸ਼ੈਤਾਨੀ ਤਾਕਤਾਂ ਦੀ ਨਿਸ਼ਾਨੀ, ਜਿਹੜੀਆਂ ਸ਼ੈਤਾਨੀ ਹੈ ਨਾ ਡਿਮੋਨਿਕ ਐਕਟੀਵਿਟੀਜ਼ ਹੈਗੇ ਨਾ, ਜਿਨ੍ਹਾਂ ਦੇ ਉੱਤੇ ਵੀ ਤੁਸੀਂ ਉਹਨਾਂ ਨੂੰ ਪੈਰਾਂ ਹੇਠਾਂ ਲਿਤਰਨ ਦਾ ਮੈਂ ਤੁਹਾਨੂੰ ਅਧਿਕਾਰ ਦਿੱਤਾ ਹੈ। ਤੈਨੂੰ ਪਤਾ ਪੈਰ ਜਿਹੜੇ ਹੁੰਦੇ ਨਾ, ਸਿਰ ਤੇ ਪੈਰ, ਜਿਹੜਾ ਸਿਰ ਹੁੰਦਾ ਆ ਉਹ ਪਾਵਰ ਹੁੰਦਾ ਹੈ। ਜੇ ਪੈਰ ਦੇ ਹੇਠਾਂ ਹੋਵੇ ਇਹਦਾ ਮਤਲਬ ਉਹ ਚੀਜ਼ ਥੱਲੇ ਹੁੰਦੀ ਹੈ ਉਸ ਅਧਿਕਾਰ ਦੇ, ਰਾਈਟ। ਪ੍ਰਭੂ ਨੇ ਕਿਹਾ ਕਿ ਮੈਂ ਤੁਹਾਨੂੰ ਤੁਹਾਡੇ ਪੈਰਾਂ ਦੇ ਹੇਠਾਂ ਇਹਨਾਂ ਚੀਜ਼ਾਂ ਨੂੰ, ਤੁਸੀਂ ਆਪਦੇ ਪੈਰਾਂ ਹੇਠਾਂ ਇਹਨਾਂ ਨੂੰ ਲਿਤੜੋਗੇ। ਔਰ ਅੱਗੇ ਕੀ ਲਿਖਿਆ ਹੈ? ਕੋਈ ਵੀ ਮੈਂ ਸ਼ੈਤਾਨ ਦੀਆਂ ਤਾਕਤਾਂ ਉੱਤੇ ਤੁਹਾਨੂੰ ਅਧਿਕਾਰ ਦਿੱਤਾ ਹੈ। ਕੋਈ ਚੀਜ਼ ਵੀ ਤੁਹਾਨੂੰ ਨੁਕਸਾਨ ਨਹੀਂ ਕਰ ਸਕਦੀ। ਕਿਹੜੀ ਚੀਜ਼ ਸਾਨੂੰ ਨੁਕਸਾਨ ਕਰ ਸਕੋਗੇ? ਕੋਈ ਵੀ। ਕਿਹੜੀ ਚੀਜ਼? ਕੋਈ ਵੀ ਨਹੀਂ, ਕੋਈ ਵੀ ਚੀਜ਼ ਨਹੀਂ ਜਿਹੜੀ ਤੁਹਾਨੂੰ ਰੋਕ ਸਕੂਗੀ। ਮੈਂ ਕਹਿ ਰਿਹਾ ਨਹੀਂ, ਬਾਈਬਲ ਦੱਸ ਰਿਹਾ ਸਾਨੂੰ। ਪ੍ਰਭੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀਗਾ ਮੈਂ ਤੁਹਾਨੂੰ ਅਧਿਕਾਰ ਦਿੰਦਾ ਹੈ, ਤੁਸੀਂ ਸੱਪਾਂ ਅਤੇ ਠੋਇਆਂ ਨੂੰ ਆਪਦੇ ਪੈਰਾਂ ਹੇਠਾਂ ਲਿਤਰੋਗੇ। ਔਰ ਕੋਈ ਵੀ ਤਾਕਤ ਨਹੀਂ ਸ਼ੈਤਾਨ ਦੀ ਕਿ ਜਿਹੜੀ ਤੁਹਾਡੇ ਉੱਤੇ ਹਮਲਾ ਕਰ ਸਕੇ। ਔਰਾਈਟ, ਇਹ ਸਾਨੂੰ ਉਹਨੇ ਪਾਵਰ ਦਿੱਤਾ ਹੈ। ਇੱਕ ਹੋਰ ਐਦ ਆ ਮੱਤੀ ਦੀ 18ਵੀਂ ਐਦ, 18ਵੀਂ ਤੇ 19, ਮੈਥਿਊ 28, 18 and 19। ਮੈਥਿਊ 28, 18 and 19। ਮੱਤੀ ਦੀ 28, 18 ਤੇ 19। ਹਾਂਜੀ। ओके चलो मैंने मुझे नहीं याद है। ओके मैं पढ़ देना, कोई नहीं जो हाँ जी ओके पढ़ो जी प्लीज। ਯਿਸੂ ਆਏ ਅਤੇ ਉਹਨਾਂ ਨੂੰ ਬੋਲੇ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। ਯਿਸੂ ਨੇ ਆਪਦੇ ਚੇਲਿਆਂ ਨੂੰ ਆਣ ਕੇ, ਯਾਦ ਰੱਖਾਂ ਜਦੋਂ ਉਹਨੇ ਗ੍ਰੇਟ ਕਮਿਸ਼ਨ ਦਿੱਤਾ ਨਾ ਜਾਣ ਦੀ ਵਾਰ ਆਪਦੇ ਚੇਲਿਆਂ ਨੂੰ, ਉਹਨੇ ਆਣ ਕੇ ਓਕੇ ਐਂਜਲਾ ਤੁਸੀਂ ਨਾ ਆਪਦੇ ਮਾਈਕ ਤੋਂ ਮਿਊਟ ਰੱਖੋ ਪਲੀਜ਼। ਓਕੇ, ਪ੍ਰਭੂ ਯਿਸੂ ਮਸੀਹ ਨੇ
ਆਣ ਕੇ ਆਪਦੇ ਚੇਲਿਆਂ ਨੂੰ ਕੀ ਕਿਹਾ, ਸਾਰਾ ਅਧਿਕਾਰ ਅਸਮਾਨ ਦਾ ਤੇ ਜ਼ਮੀਨ ਦਾ ਮੈਨੂੰ ਦਿੱਤਾ ਗਿਆ ਹੈ। ਔਰ ਫਿਰ ਕੀ ਕਹਿੰਦਾ ਹੈ 19 ਐਤ ਵਿੱਚ ਕੀ ਕਹਿੰਦਾ ਹੈ, ਇਸ ਲਈ ਜਾਓ ਸਭ ਇਸ ਲਈ ਜਾਓ। ਓਕੇ ਸੁਣੋ, ਇਸ ਲਈ ਜਾਓ ਜਦੋਂ ਹੁੰਦਾ ਨਾ ਇਸ ਲਈ, ਇਹਦਾ ਮਤਲਬ ਆ ਉਹਦੀ ਵਜ੍ਹਾ ਮੈਂ ਤੁਹਾਨੂੰ ਭੇਜ ਰਿਹਾ। ਉਹਦੀ ਵਜ੍ਹਾ ਜਾਣ ਵਾਸਤੇ ਇਹ ਆ ਕਿ ਸਾਰਾ ਅਧਿਕਾਰ ਅਸਮਾਨ ਦਾ ਤੇ ਜ਼ਮੀਨ ਦਾ ਮੈਨੂੰ ਦਿੱਤਾ ਗਿਆ ਹੈ, ਤੁਹਾਨੂੰ ਡਰਨ ਦੀ ਲੋੜ ਨਹੀਂ, ਤੁਸੀਂ ਜਾਓ। ਇਸ ਲਈ ਤੁਸੀਂ ਜਾਓ। ਇਸ ਲਈ, ਕਿਸ ਲਈ? ਇਸ ਲਈ ਕਿ ਪਾਵਰ ਸਾਰਾ ਯਿਸੂ ਕੋਲ ਹੈ। ਰਾਈਟ, ਹੁਣ ਆਪਾਂ ਕਹਾਂਗੇ ਉਹ ਤਾਂ ਪਾਵਰ ਤਾਂ ਅਧਿਕਾਰ ਤਾਂ ਯਿਸੂ ਕੋਲ ਸੀ, ਮੇਰੇ ਕੋਲ ਥੋੜੋ ਆ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਯਿਸੂ ਨੇ ਲਾਸਟ ਐਡ ਵਿੱਚ ਕੀ ਕਿਹਾ ਹੈ, ਉਸ ਚੈਪਟਰ ਦੇ ਵਿੱਚ ਕੀ ਕਹਿੰਦਾ ਹੈ, ਇਸ ਯੁੱਗ ਦੇ ਅੰਤ ਤੱਕ ਮੈਂ ਤੁਹਾਡੇ ਨਾਲ ਹਾਂ। ਕਿਉਂ? ਕਿਉਂਕਿ ਜੇ ਸਾਰਾ ਅਧਿਕਾਰ ਜ਼ਮੀਨ ਦਾ ਤੇ ਅਸਮਾਨ ਦਾ ਮੈਨੂੰ ਦਿੱਤਾ ਗਿਆ, ਮੈਂ ਤੁਹਾਨੂੰ ਕਹਿਣਾ ਤੁਸੀਂ ਜਾਓ, ਤੁਹਾਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਇਸ ਯੁੱਗ ਦੇ ਅੰਤ ਤੱਕ ਮੈਂ ਤੁਹਾਡੇ ਨਾਲ ਹਾਂ। ਜੇ ਪ੍ਰਭੂ ਸਾਡੇ ਨਾਲ ਆ, ਜੇ ਪ੍ਰਭੂ ਸਾਡੇ ਨਾਲ ਆ, ਰਾਈਟ, ਸਾਨੂੰ ਕਿਹੜੀ ਚੀਜ਼ ਤੇ ਡਰਨ ਦਾ ਹੈ? ਹੁਣ ਇੱਕ ਜਗ੍ਹਾ ਉੱਥੇ ਜਿਹੜਾ ਆਪਾਂ ਪੜ੍ਹ ਕੇ ਹਟੇ, ਲੂਕਾ ਦੀ 10:19 ਦੇ ਵਿੱਚ ਲਿਖਿਆ ਹੈ ਕਿ ਸਾਰਾ ਅਧਿਕਾਰ ਮੈਂ ਤੁਹਾਨੂੰ ਦਿੱਤਾ ਕਿ ਸੱਪਾਂ ਤੇ ਠੂਹਿਆਂ ਦੇ ਉੱਤੇ ਤੁਸੀਂ ਲਿਟੋਗੇ, ਆਪਣੇ ਪੈਰਾਂ ਹੇਠਾਂ ਕੋਈ ਵੀ ਚੀਜ਼ ਤੁਹਾਨੂੰ ਦਖਲਾ ਨਹੀਂ ਕਰ ਦੇਗੀ। ਇਹ ਸਭ ਕੁਝ ਮੈਂ ਕਿਉਂ ਕਹਿ ਰਿਹਾ ਤੁਹਾਨੂੰ? ਇਸ ਲਈ ਮੈਂ ਕਹਿ ਰਿਹਾ ਪਰਮੇਸ਼ਵਰ ਨੇ ਇਹ ਚਮਤਕਾਰ ਕੰਮ ਸੰਤ ਪੌਲਸ ਦੇ ਹੱਥੀਂ ਕੀਤੇ ਸੀ। ਅੱਜ ਪਰਮੇਸ਼ਵਰ ਆਪਦੇ ਪੌਲਸ ਨੂੰ ਲੱਭਦਾ ਫਿਰਦਾ ਹੈ। ਅੱਜ ਪਰਮੇਸ਼ਵਰ ਆਪ ਦੇ ਪੌਲਸ ਨੂੰ ਲੱਭਦਾ ਫਿਰਦਾ, ਦਾਸ ਤੇ ਦਾਸੀਆਂ ਨੂੰ ਲੱਭਦਾ ਫਿਰਦਾ ਹੈ। ਕਿਹੜੀ ਜਗ੍ਹਾ ਦੇ ਵਿੱਚ ਖੜੇ ਆ, ਜਿਹੜੇ ਜਾ ਕੇ ਇਹੋ ਜਿਹੀ ਜਗ੍ਹਾ 'ਚ ਜਿੱਥੇ ਹਨੇਰ ਆ, ਐਫੈਸਸ ਦੇ ਵਿੱਚ, ਜਿੱਥੇ ਕੋਈ ਨਹੀਂ ਪੈਰ ਉੱਥੇ ਪਾਉਂਦਾ। ਕੌਣ ਉੱਥੇ ਜਾਊਗਾ? ਕੌਣ ਉੱਥੇ ਜਾਂਦਾ ਆ? ਕਿ ਜਿਹੜੇ ਜਾਂਦੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਕੌਣ ਆ। ਉਹਦੇ ਜਿਹੜੇ ਉਹਦੇ ਜਿਹੜੇ ਮੁੜਕਾ ਪੁੰਜਨ ਨੂੰ ਕੱਪੜਾ ਰੱਖਿਆ ਸੀਗਾ, ਉਹਦੇ ਵਿੱਚ ਵੀ ਮਸਾ ਆ ਗਿਆ ਸੀਗਾ। ਜਿਹੜਾ ਅੱਗੇ ਉਹਦੇ ਪਰਨਾ ਬੰਨਿਆ ਸੀਗਾ, ਉਹਦੇ ਵਿੱਚ ਵੀ ਮਸਾ ਆ ਗਿਆ ਸੀਗਾ। ਉਹਨਾਂ ਚੀਜ਼ਾਂ ਨੂੰ ਲਿਜਾ ਕੇ ਉਹਨਾਂ ਬਿਮਾਰਾਂ ਦੇ ਉੱਤੇ, ਬਦਰੂਆਂ ਦੇ ਫੜਿਆਂ ਦੇ ਉੱਤੇ ਜਦੋਂ ਲਾਉਂਦੇ ਸੀਗੇ ਨਾ, ਉਦੋਂ ਹੀ ਪਰਮੇਸ਼ਰ ਦਾ ਪਾਵਰ ਉਹਨਾਂ 'ਤੇ ਆਉਂਦਾ ਸੀਗਾ ਤੇ ਲੋਕ ਠੀਕ ਹੋ ਜਾਂਦੇ ਸੀਗੇ। ਇਹ ਪਹਿਲੀ ਵਾਰ ਹੋ ਰਿਹਾ ਸੀਗਾ, ਇਸ ਲਈ ਲਿਖਿਆ ਐਕਸਟਰਾ ਆਰਡੀਨਰੀ ਹੈ। ਆ ਕੋਟ ਘਕਾ ਕੇ ਚਲਾ ਕੇ ਮਾਰਨ ਦੇ ਨਾਲ ਨਾ ਲੋਕਾਂ ਡਿੱਗਣ ਦੇ ਨਾਲ, ਮੈਂ ਤੁਹਾਨੂੰ ਸੱਚ ਕਹਿੰਦਾ ਆ, ਉਹ ਨਹੀਂ ਗੀ ਗੱਲ। ਪਤਾ ਵੱਡੀ ਕੀ ਆ ਗੱਲ? ਇਹ ਆ ਕਿ ਜੇ ਉੱਥੇ ਪਰਮੇਸ਼ਰ ਦਾ ਮਸਾ ਹੈ ਨਾ, ਤਾਂ ਫਿਰ ਚਮਤਕਾਰ ਕੰਮ ਜ਼ਰੂਰ ਹੋਣਗੇ। ਸਾਨੂੰ ਨਾ ਤਾਂ ਡਰ ਨਹੀਂ, ਜੇ ਨਹੀਂ ਹੁੰਦੇ ਤਾਂ ਨਾ ਹੁੰਦੇ। ਸਾਨੂੰ ਕੋਈ ਬਣਾਉਣ ਦੀ ਕੋਈ ਲੋੜ ਨਹੀਂ ਗੀ ਕਿ ਲੋਕਾਂ ਦੇ ਸਾਹਮਣੇ ਕੁਛ ਬਣਾ ਕੇ ਪੇਸ਼ ਕਰੀਏ ਲੋਕਾਂ ਦੇ ਸਾਹਮਣੇ। ਮੇਰੇ ਭੈਣਾਂ ਤੋਂ ਭਰਾਵੋ, ਜੇ ਦਿਨ ਪਰਮੇਸ਼ਰ ਆਪਦੇ ਕੰਮ ਕਰਨ ਲੱਗੇ ਨਾ ਸਾਡੇ ਵਿੱਚ, ਉਸ ਦਿਨ ਸਾਨੂੰ ਕੋਈ ਕਿਸੇ ਚੀਜ਼ ਦੀ ਲੋੜ ਨਹੀਂ, ਨਾ ਤਾਂ ਵੱਡੇ ਸਪੀਕਰਾਂ ਦੀ ਤੇ ਨਾ ਵੱਡੇ ਲਾਈਟਾਂ ਦੀ ਤੇ ਨਾ ਰੌਲੇ ਰੱਪੇ ਦੀ ਲੋੜ ਪੈਣੀ ਹੈ। ਜਦੋਂ ਪਰਮੇਸ਼ਰ ਦਾ ਪਵਿੱਤਰ ਆਤਮਾ ਚੱਲੂਗਾ ਨਾ, ਉਦੋਂ ਲੋਕਾਂ ਨੂੰ ਦੇਖਣ ਤੇ ਸੁਣਨ ਦੇ ਨਾਲ ਪਤਾ ਲੱਗ ਜਾਣਾ ਹੈ ਕਿ ਪਰਮੇਸ਼ਰ ਇਹਨਾਂ ਦੇ ਵਿੱਚ ਕੰਮ ਕਰ ਰਿਹਾ। ਹਾਲੇਲੂਇਆ। ਸੋ ਇਹ ਚੀਜ਼ ਆ, ਅੰਤ ਦੇ ਦਿਨਾਂ ਵਿੱਚ ਪ੍ਰਭੂ ਨੇ ਕਿਹਾ, ਅੰਤ ਦੇ ਦਿਨਾਂ ਵਿੱਚ ਮੈਂ ਆਪਦਾ ਪਵਿੱਤਰ ਆਤਮਾ ਸਾਰਿਆਂ ਦੇ ਉੱਤੇ ਪਾਊਂਗਾ। ਮੈਂ ਤਾਂ ਚਾਹੁੰਦਾ ਆ ਇੱਕ ਪੌਲ ਨਾ ਹੋਵੇ, ਪੌਲ ਹੀ ਪੌਲ ਹੋ ਜਾਣ। ਜਿੱਥੇ ਪੰਜਾਬੀ ਆ ਪੌਲ ਹੀ ਪੌਲ ਬਣ ਜਾਣ। ਕਹਿਣ ਦਾ ਕੀ ਭਾਵ ਆ? ਇਹ ਆ ਕਿ ਸੰਤ ਪੌਲਸ ਜਾਣਦਾ ਸੀਗਾ ਕਿ ਉਹਨੇ ਕਿਹਦੇ ਤੇ ਵਿਸ਼ਵਾਸ ਰੱਖਿਆ। ਉਹਨੇ ਸਭ ਕੁਝ ਉਹਦਾ ਪੁਰਾਣਾ ਛੱਡ ਦਿੱਤਾ ਸੀਗਾ। ਇਹ ਕੋਈ ਫਾਰਮੂਲਾ ਨਹੀਂ ਗਾ, ਇਹ ਫਾਰਮੂਲਾ ਨਹੀਂ ਗਾ। ਸੌਖੀ ਗੱਲ ਪਤਾ ਕੀ ਹੋਣੀ ਹੈ? ਕਾਪੀ ਕਰਨੀ। ਸੌਖੀ ਗੱਲ ਪਤਾ ਕੀ ਹੁੰਦੀ ਹੈ? ਕਾਪੀ ਕਰਨੀ। ਜੇ ਪੌਲ ਨੇ ਰੁਮਾਲ ਸੁੱਟੇ ਸੀ ਨਾ, ਪੌਲ ਦਾ ਰੁਮਾਲ ਲੈ ਕੇ ਜਾਂਦੇ ਸੀ ਨਾ, ਅਸੀਂ ਜੇਬਾਂ 'ਚ ਰੁਮਾਲ ਕੱਢ ਕੇ ਰੱਖਣ ਲੱਗ ਜੇ ਨਾ, ਕੁਛ ਨਹੀਂ ਹੋਣਾ। ਇਹ ਹੋ ਗਿਆ ਫਾਰਮੂਲਾ। ਫਿਰ ਇੱਦਾਂ ਫਾਰਮੂਲਾ ਕਿਉਂ ਨਹੀਂ ਵਰਤਦੇ? ਇੱਕ ਵਾਰ ਤਾਂ ਯਿਸੂ ਨੇ ਥੁੱਕਿਆ ਸੀਗਾ ਮਿੱਟੀ ਦੇ ਵਿੱਚ, ਲੇਪਾ ਬਣਾ ਕੇ ਉਹਦੇ ਅੰਨੇ ਰੱਖਾਂ 'ਤੇ ਲਾਇਆ ਸੀਗਾ। ਆਪਾਂ ਕਿਉਂ ਨਹੀਂ ਥੁੱਕ ਕੇ ਮਿੱਟੀ ਦੇ ਵਿੱਚ ਲੋਕਾਂ ਦੇ ਲਾਉਂਦੇ? ਫਿਰ ਜੇ ਫਾਰਮੂਲਾ ਹੀ ਲਾਉਣਾ ਤਾਂ ਸਾਰਾ ਫਾਰਮੂਲਾ ਬਣਾ ਕੇ ਰੱਖੇਗਾ। ਫਿਰ ਕਿਉਂ ਨਹੀਂ ਕਰਦੇ ਗੇ ਆਪਾਂ ਇੱਦਾਂ? ਰਾਈਟ, ਕਿਉਂਕਿ ਫਾਰਮੂਲਾ ਨਹੀਂ ਗਾ। ਗੱਲ ਇਹ ਆ, ਪਵਿੱਤਰ ਆਤਮਾ ਨੂੰ ਸੁਣਨਾ, ਉਹਦੀ ਆਵਾਜ਼ ਨੂੰ, ਕਿ ਪਵਿੱਤਰ ਆਤਮਾ ਸਾਨੂੰ ਹੁਣ ਅੱਜ ਇਸ ਹਾਲਾਤ ਵਿੱਚ ਕੀ ਕਹਿ ਰਿਹਾ ਹੈ। ਜਦੋਂ ਅਸੀਂ ਉਹਦੀ ਆਵਾਜ਼ ਨੂੰ ਸੁਣਨ ਲੱਗ ਜਾਵਾਂਗੇ ਨਾ, ਉਦੋਂ ਸਾਨੂੰ ਪਤਾ ਲੱਗ ਜਾਊਗਾ ਉਹ ਇਸ ਮੀਟਿੰਗ ਦੇ ਵਿੱਚ, ਇਸ ਹਾਲਾਤ ਦੇ ਵਿੱਚ ਸਾਤੋਂ ਕੀ ਕਰਾਉਣਾ ਚਾਹੁੰਦਾ ਹੈ। ਉਹ ਕਹਿੰਦਾ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਨਗੀਆਂ। ਰਾਈਟ, ਸਾਨੂੰ ਸੁਣਨਾ ਹੋ ਗਿਆ ਬੰਦ, ਕਾਪੀ ਕਰਨੀ ਸਾਨੂੰ ਆ ਗਈ ਆ।
ਅਸੀਂ ਜੋ ਪੜ੍ਹਦੇ ਹਾਂ ਅਸੀਂ ਉਹਨੂੰ ਬਣਾ ਕੇ ਵੱਡਾ ਤਾਂ ਅਸੀਂ ਉੱਦਾਂ ਕਰਨ ਲੱਗ ਜਾਂਦੇ ਹਾਂ। ਮੇਰੇ ਭੈਣਾਂ ਤੋਂ ਭਰਾਵੋ, ਮੈਂ ਤਾਂ ਇਹੀ ਕਹਿਣਾ ਹੈ, ਮੈਂ ਕਹਿਣਾ ਹੈ ਪ੍ਰਭੂ ਜਿੱਦਣ ਤੁਸੀਂ ਕੀਤਾ ਨਾ ਉਦੋਂ ਸਾਨੂੰ ਕਿਸੇ ਇਹਨਾਂ ਚੀਜ਼ਾਂ ਦੀ ਨਾ ਲੋੜ ਨਹੀਂ ਪੈਣੀਗੀ, ਕਿਉਂਕਿ ਲੋਕਾਂ ਨੂੰ ਆਪ ਹੀ ਪਤਾ ਲੱਗੂਗਾ ਕਿ ਇੱਥੇ ਪਰਮੇਸ਼ਰ ਇਹਨਾਂ ਦੇ ਨਾਲ ਹੈਗਾ ਜਾਂ ਹੈ ਨਹੀਂ। ਅਸੀਂ ਅੰਤ ਦੇ ਦਿਨਾਂ ਵਿੱਚ ਰਹਿ ਰਹੇ ਹਾਂ ਔਰ ਉਹ ਸਭਨਾਂ ਨੂੰ, ਸਾਰੇ ਲੋਕਾਂ ਨੂੰ ਚਾਹੁੰਦਾ ਆ ਕਿ ਸਾਰੇ ਖੜੇ ਹੋਣ ਔਰ ਉਹਦੇ ਕੰਮਾਂ ਦੇ ਵਿੱਚ ਲੱਗਣ। ਹਾਲੇਲੂਇਆ। ਸੋ ਆਪਾਂ ਦੇਖਦੇ ਹਾਂ ਕਿ ਮੈਂ ਤੁਹਾਨੂੰ ਇੱਕ ਦੋ ਗੱਲਾਂ ਹੋਰ ਦੱਸਣੀਆਂ ਸੀਗਾ, ਟਾਈਮ ਬਹੁਤ ਹੋ ਗਿਆ ਅੱਜ, ਮੈਨੂੰ ਇਸ ਗੱਲ ਦਾ ਬਹੁਤ ਸੀਗਾ ਅੱਜ ਕਿ ਇਹ ਗੱਲ ਮੈਂ ਤੁਹਾਨੂੰ ਦੱਸਣੀ ਆ। ਮੈਂ ਪਹਿਲੇ ਪੁਆਇੰਟ 'ਤੇ ਹੀ ਅੱਜ ਫਿਰਦਾ ਅਜੇ ਤੁਰਿਆ। ਓਕੇ, ਇੱਕ ਆਦਮੀ ਸੀਗਾ ਜਿਹਦਾ ਨਾਂ ਸੀ ਸਮਿਥ ਵਿਗਲਸਵਰਥ, ਔਰ ਕਈਆਂ ਨੇ ਉਹਦਾ ਨਾਂ ਸੁਣਿਆ ਹੋਣਾ ਸ਼ਾਇਦ। ਓਕੇ, ਉਹ ਪੁਰਾਣੀ ਹਿਸਟਰੀ ਆ। ਉਹ ਪਤਾ ਕੀ ਕਰਦਾ ਸੀਗਾ, ਉਹ ਜੋ ਕੋਈ ਬਿਮਾਰ ਉਹਦੇ ਕੋਲ ਲੈ ਕੇ ਆਉਂਦੇ ਸੀ ਨਾ, ਉਹ ਨਾ ਢਿੱਡ ਦੇ ਵਿੱਚ ਨਾ ਘਸੁੰਨ ਮਾਰਦਾ ਸੀਗਾ। ਤੁਸੀਂ ਨਾ ਮਾਰਨ ਲੱਗ ਜਾਓ ਕਿ ਉਹ ਢਿੱਡ ਵਿੱਚ ਘਸੁੰਨ ਮਾਰਦਾ ਸੀਗਾ। ਜਿਹੜਾ ਬਿਮਾਰ ਹੁੰਦਾ ਸੀ ਨਾ ਠੀਕ ਹੋ ਜਾਂਦਾ ਸੀਗਾ। ਤੁਸੀਂ ਕਿ ਹੈ ਉਹਨੂੰ ਪਵਿੱਤਰ ਆਤਮਾ ਜੋ ਕਹਿੰਦਾ ਸੀਗਾ, ਰਾਈਟ। ਉਹਦੀ ਔਰਤ ਮਰ ਗਈ, ਉਹਦੀ ਘਰ ਵਾਲੀ ਮਰ ਗਈ। ਓਕੇ, ਉਹਨਾਂ ਨੇ ਕੰਮ ਕਰਦਾ ਸੀਗਾ ਪੈਪ ਵਾਲੇ, ਜਿਹੜੇ ਪੈਪ ਜੁੜਦੇ ਨੇ, ਇਹ ਕੰਮ ਕਰਦਾ ਹੁੰਦਾ ਸੀਗਾ। ਓਕੇ, ਉਹਨੂੰ ਜਾ ਕੇ ਦੱਸਿਆ, ਉਹ ਘਰ ਆਇਆ, ਉਹ ਮਰੀ ਪਈ ਨੂੰ ਨਾ ਉਹਨੇ ਚੁੱਕ ਕੇ ਖਿਲਾਰ ਕੇ ਕੰਧ ਨਾਲ ਲਾਇਆ, ਕਹਿੰਦਾ ਯਿਸੂ ਦੇ ਨਾਂ 'ਤੇ ਖੜੀ ਹੋ ਜਾ, ਹੱਥ ਛੱਡਿਓ, ਫੜਾ ਉਹਦੇ ਨੇ, ਫੇਰ ਡਿੱਗ ਪਈ। ਚੁੱਕ ਕੇ ਉਹਨੂੰ ਫੇਰ ਕੰਧ ਨਾਲ ਮਾਰਿਆ, ਕਹਿੰਦਾ ਤੈਨੂੰ ਮੈਂ ਕਿਹਾ ਯਿਸੂ ਦੇ ਨਾਂ ਦੇ ਵਿੱਚ ਜਿਉਂਦੀ ਹੋ ਜਾ, ਛੱਡਿਆ ਹੱਥੋਂ, ਫੇਰ ਫੜਾ ਉਹਦੇ ਥੱਲੇ ਡਿੱਗੀ। ਤਾਂ ਤੀਸਰੀ ਵਾਰ ਉਹਨੇ ਚੁੱਕ ਕੇ ਕਹਿੰਦਾ ਮੈਂ ਆਖਿਆ ਯਿਸੂ ਦੇ ਨਾਂ 'ਚ ਜਿਉਂਦੀ ਹੋ ਜਾ, ਉਹਦੇ 'ਚ ਸਾਹ ਆ ਗਈ। ਔਰ ਉਹਨੂੰ ਆਣ ਕੇ ਕਹਿੰਦੀ ਤੈਨੂੰ ਕੀ ਪਿਆ ਸੀ ਮੈਨੂੰ ਵਾਪਸ ਲਿਆਉਣ ਵਾਸਤੇ? ਕਹਿੰਦੀ ਜਿੱਥੇ ਮੈਂ ਸੀਗੀ ਉਹ ਜਗ੍ਹਾ ਵਧੀਆ ਸੀਗਾ। ਓਕੇ, ਮੇਰੇ ਭੈਣਾਂ ਤੋਂ ਭਰਾਵੋ, ਸਾਡਾ ਪਰਮੇਸ਼ਰ ਜਿਉਂਦਾ ਪਰਮੇਸ਼ਰ ਆ, ਔਰ ਜਦੋਂ ਅਸੀਂ ਉਹਦੀ ਆਵਾਜ਼ ਨੂੰ ਸੁਣਨ ਲੱਗ ਜਾਵਾਂਗੇ ਨਾ, ਸਾਨੂੰ ਪਤਾ ਹੋਊਗਾ ਕੀ ਕਰਨਾ। ਫਾਰਮੂਲਾ ਨਾ ਲੱਭੋ, ਉਹਦੀ ਆਵਾਜ਼ ਨੂੰ ਸੁਣਨ ਲੱਭੋ ਕਿ ਪਵਿੱਤਰ ਆਤਮਾ ਸਾਨੂੰ ਅੱਜ ਕੀ ਕਹਿ ਰਿਹਾ ਹੈ, ਕੀ ਕਰ ਰਿਹਾ ਹੈ, ਰਾਈਟ। ਸੋ ਜਦੋਂ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਰੱਖਾਂਗੇ, ਉਦੋਂ ਸੰਤ ਪੌਲਸ ਵਾਂਗੂ ਪਰਮੇਸ਼ਰ ਸਾਡੀ ਵੀ ਇਸਤੇਮਾਲ ਕਰੂਗਾ। ਦੂਜਾ ਪੁਆਇੰਟ ਆ, ਪਹਿਲੀ ਵਾਰ ਛੁਟਕਾਰਾ ਮਿਲਦਾ ਜਿੱਥੇ ਵੀ ਹੈ। ਦੂਜੀ ਗੱਲ ਛੇਤੀ ਦੇ ਨੇ, ਜਿੱਥੇ ਪਖੰਡੀ ਕੰਮ, ਜਦੋਂ ਪਰਮੇਸ਼ਰ ਉੱਥੇ ਕੰਮ ਕਰਦਾ ਨਾ, ਦੂਜਾ ਪੁਆਇੰਟ ਮੇਰਾ ਇਹ ਆ ਕਿ ਉੱਥੇ ਜਿਹੜਾ ਪਖੰਡਪੁਣਾ ਹੁੰਦਾ ਨਾ, ਉਹ ਸਾਹਮਣੇ ਆ ਜਾਂਦਾ ਹੈ। ਓਕੇ, ਜਲਦੀ ਦੇ ਨੇ ਜੋਤੀ, ਤੁਸੀਂ 13 ਤੋਂ 15 ਐਦ ਪੜ੍ਹੋ, ਆਪਣਾ ਜਿਹੜਾ ਮੇਨ ਪੈਸੇਜ ਹੈ ਨਾ 19 ਦਾ, ਰਸੂਲਾਂ ਦੀ ਪੋਥੀ 19 13 ਤੋਂ 15, ਛੇਤੀ ਦੇ ਨੇ। ਕੁਝ ਯਹੂਦੀ ਜਿਹੜੇ ਇੱਧਰ ਉੱਧਰ ਫਿਰ ਕੇ ਭੂਤਾਂ ਨੂੰ ਕੱਢਣ ਦਾ ਕੰਮ ਕਰਦੇ ਸਨ, ਉਹਨਾਂ ਕੋਸ਼ਿਸ਼ ਕੀਤੀ ਕਿ ਅਸ਼ੁੱਧ ਆਤਮਾਵਾਂ ਦੇ ਚੰਬੜੇ ਲੋਕਾਂ ਤੇ ਪ੍ਰਭੂ ਯਿਸੂ ਦਾ ਨਾਂ ਵਰਤਣ। ਉਹ ਕਹਿੰਦੇ ਸਨ, ਮੈਂ ਯਿਸੂ ਦੇ ਨਾਂ ਤੇ ਤੈਨੂੰ ਆਗਿਆ ਦਿੰਦਾ ਹਾਂ, ਜਿਸ ਦਾ ਪ੍ਰਚਾਰ ਪੌਲੁਸ ਕਰਦਾ ਹੈ। ਤੇ ਕਾਵਾ ਨਾਂ ਦੇ ਯਹੂਦੀਆ ਮਹਾਪੁਰੋਹਿਤ ਦੇ 7 ਪੁੱਤਰ ਇਸ ਤਰ੍ਹਾਂ ਕਰਦੇ ਸਨ। ਪਰ ਅਸ਼ੁੱਧ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ, ਯਿਸੂ ਨੂੰ ਮੈਂ ਜਾਣਦੀ ਹਾਂ, ਪੌਲੁਸ ਨੂੰ ਵੀ ਮੈਂ ਪਛਾਣਦੀ ਹਾਂ, ਪਰ ਤੁਸੀਂ ਕੌਣ ਹੋ? ਓਕੇ, ਬਸ ਇੱਥੇ ਰੁਕੋ। ਬਾਈਬਲ 'ਚ ਲਿਖਿਆ ਜਿਹੜੇ ਇੱਧਰ ਉੱਧਰ ਫਿਰਦੇ ਨਾ, ਘਰੋਂ ਘਰੀ ਕੋਸ਼ਿਸ਼ ਕਰਦੇ ਸੀਗੇ ਬਦਰੂਆਂ ਨੂੰ ਕੱਢਣ ਵਾਸਤੇ, ਰਾਈਟ। ਉਹਨਾਂ ਨੇ ਦੇਖਿਆ ਹੋਣਾ ਹੈ ਪੌਲਸ ਕਰਦੇ ਨੂੰ, ਜਿਵੇਂ ਪੌਲ ਕੱਢਦਾ ਸੀਗਾ। ਉਹਨਾਂ ਨੇ ਕਿਹਾ ਤਾਂ ਕੰਮ ਹੀ ਸੌਖਾ ਆ, ਆਪਾਂ ਵੀ ਟੱਕਰਾਂ ਮਾਰਦੇ ਰਹਿੰਦੇ ਹਾਂ, ਇਹ ਤਾਂ ਕੰਮ ਹੀ ਸੌਖਾ ਹੈ। ਯਿਸੂ ਦੇ ਨਾਂ ਦੇ ਵਿੱਚ, ਉਹ ਪੌਲ ਕਹੀ ਜਾਂਦਾ ਯਿਸੂ ਦੇ ਨਾਂ ਦੇ ਵਿੱਚ ਬਦਰੂਆਂ ਨੂੰ ਨਿਕਲੋ, ਉਹ ਨਿਕਲ ਜਾਂਦੇ ਆ। ਉਹਨਾਂ ਨੇ ਵੀ ਜਾ ਕੇ ਫੜਦੇ, ਕਿਸੇ ਦੇ ਬਦਰੂਆਂ ਹੋਣੇ ਆ, ਉਹਨਾਂ ਨੂੰ ਜਾ ਕੇ ਫੜ ਲਿਆ। ਤਾਂ ਉਹਨਾਂ ਨੂੰ ਕੀ ਕਹਿੰਦਾ ਹੈ, ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਯਿਸੂ ਦੇ ਨਾਂ ਤੇ ਜਿਹਦੇ ਬਾਰੇ ਪੌਲ ਪ੍ਰਚਾਰ ਕਰਦਾ ਆ, ਤੁਸੀਂ ਨਿਕਲੋ। ਓਕੇ, ਔਰ ਖਾਸ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ 7 ਪੁੱਤਰ ਸੀਗੇ। ਇਹ ਜਿਹੜਾ ਚੀਫ ਪ੍ਰੀਸਟ ਸੀਗਾ, ਜਿਹੜਾ ਯਹੂਦੀਆਂ ਦਾ ਚੀਫ ਪ੍ਰੀਸਟ ਨੂੰ ਕੀ ਲਿਖਿਆ ਉੱਥੇ ਪੰਜਾਬੀ 'ਚ? ਪ੍ਰਧਾਨ ਜਾਜਕ ਸੀ ਜਿਹੜਾ। ਓਕੇ, ਉਹਦੇ ਪੁੱਤਰ, ਕਿਹਦੇ ਪੁੱਤਰ? ਪ੍ਰਧਾਨ ਜਾਜਕ ਦੇ। ਹੁਣ ਦੇਖੋ, ਉਹਨਾਂ ਦਾ ਪਿਓ ਦਾ ਟਾਈਟਲ ਬਹੁਤ ਵੱਡਾ ਸੀਗਾ ਨਾ, ਉਹਦੇ 7 ਪੁੱਤਰ ਸੀਗੇ। ਓਕੇ, ਉਹਨਾਂ ਨੇ ਆਖਣਾ ਬਾਪੂ ਦਾ ਤਾਂ ਬੜਾ ਵੱਡਾ ਸਾਰਾ ਟਾਈਟਲ ਹੈਗਾ, ਆਪਾਂ ਵੀ ਕੁਛ ਕਰਕੇ ਦਿਖਾਈਏ, ਹੈ ਨਾ। ਉਹ ਬਾਪੂ ਦੇ ਨਾਂ ਦੇ ਉੱਤੇ ਨਿਕਲੇ ਬਾਹਰ ਕੰਮ ਕਰਨ ਵਾਸਤੇ। ਓਕੇ, ਜਦੋਂ ਬਾਹਰ ਆਉਂਦੇ ਨੇ, ਔਰ ਜਦੋਂ ਇਹ ਬਦਰੂਆਂ ਨੂੰ ਇਸੇ ਤਰ੍ਹਾਂ ਬੋਲਦੇ ਆ, ਯਿਸੂ ਦੇ ਨਾਂ ਦੇ ਉੱਤੇ ਨਿਕਲੋ ਜਿਹਦੇ ਬਾਰੇ ਪੌਲ ਪ੍ਰਚਾਰ ਕਰਦਾ ਆ। ਉਹ ਬਦਰੂਆਂ ਕਹਿੰਦਾ ਤੁਸੀਂ ਉਰੇ ਆਓ, ਕਿ ਤੈਨੂੰ ਦੰਨੇ ਪਤਾ ਹੈ, ਅਸੀਂ ਤੈਨੂੰ ਪਹਿਲਾਂ ਦੱਸਦੇ ਹਾਂ। ਉਹ ਕਹਿੰਦੇ, ਬਦਰੂਆਂ ਅੱਗੋਂ ਬੋਲਦੀਆਂ, ਕਹਿੰਦੇ ਯਿਸੂ ਨੂੰ ਅਸੀਂ ਜਾਣਦੀਆਂ ਹੈ, ਪੌਲ ਦੇ ਬਾਰੇ ਸਾਨੂੰ ਪਤਾ ਹੈ, ਤਾਂ ਤੁਸੀਂ ਟੇਕੇ ਲੱਗਦਾ, ਤੁਸੀਂ ਕੌਣ ਹੈ? ਤੁਸੀਂ ਕੌਣ ਹੈ? ਬਦਰੂਆਂ ਪਛਾਣਦੀਆਂ ਯਿਸੂ ਨੂੰ, ਬਦਰੂਆਂ ਪਛਾਣਦੀਆਂ ਪੌਲ ਨੂੰ, ਪਰ ਬਦਰੂਆਂ ਕਹਿੰਦੀਆਂ ਤੁਸੀਂ ਕੌਣ ਆ?
ਮੈਂ ਤੁਹਾਨੂੰ ਕਿਹਾ ਸੀਗਾ ਨਾ, ਅਧਿਕਾਰ ਨੂੰ, ਸ਼ੈਤਾਨ ਸਿਰਫ ਅਧਿਕਾਰ ਨੂੰ ਪਛਾਣਦਾ ਹੈ। ਜਦੋਂ ਸਾਡੇ ਕੋਲ ਅਧਿਕਾਰ ਦੀ ਗਿਆਨ ਹੁੰਦਾ ਹੈ, ਸਾਡੇ ਦਿਲ ਦੇ ਵਿੱਚ ਸਾਨੂੰ ਪਤਾ ਹੁੰਦਾ ਕਿ ਪਰਮੇਸ਼ਰ ਨੇ ਸਾਨੂੰ ਅਧਿਕਾਰ ਦਿੱਤਾ ਆ, ਉਦੋਂ ਬਦਰੂਆਂ ਨੂੰ ਵੀ ਪਤਾ ਹੁੰਦਾ ਆ, ਉਦੋਂ ਬਦਰੂਆਂ ਨੂੰ ਵੀ ਪਤਾ ਹੁੰਦਾ ਆ ਕਿ ਜਿਨ੍ਹਾਂ ਦੇ ਕੋਲ ਅਧਿਕਾਰ ਆ, ਅਥਾਰਟੀ ਆ, ਉਹ ਆ ਗਏ ਆ, ਹੁਣ ਭੱਜੋ ਭੱਜੋ, ਆ ਗਏ ਆ, ਭੱਜੋ, ਨਹੀਂ ਤਾਂ ਉਹਨਾਂ ਨੂੰ ਭਜਾ ਦਿੰਦੇ ਆ, ਉਹਨਾਂ ਨੂੰ ਭਜਾ ਦਿੰਦੇ ਆ। ਉਹਨਾਂ ਦੇ ਇਹੋ ਜਿਹੇ ਛਿੱਤਰ ਵੱਜੇ, ਇਹੋ ਜਿਹੀ ਉਹਨਾਂ ਨੇ ਕੁੱਟਮਾਰ ਕੀਤੀ, ਉਹਨਾਂ ਜਿਹੜੇ ਤੇੜ ਕੱਪੜੇ ਸੀ ਉਹ ਵੀ ਉਹਨਾਂ ਨੇ ਪਾੜ ਤੇ, ਬਾਈਬਲ 'ਚ ਲਿਖਿਆ ਨੰਗੇ ਤੇ ਪਤਾ ਨਹੀਂ ਕਿਹੋ ਜਿਹੀ ਸੱਟ ਵੱਜੀ ਹੋਣੀ ਆ, ਇੰਗਲਿਸ਼ 'ਤੇ ਲਿਖਿਆ ਬਲੀਡਿੰਗ, ਹੈ ਨਾ, ਰਾਈਟ। ਉੱਥੋਂ ਜਿਉਂ ਨਿਕਲੇ ਤੇ ਭਾਈ ਉਹਨਾਂ ਨੂੰ ਤਾਂ ਭਜਾਤਾ ਉੱਥੋਂ। ਇੱਕ ਮਿੰਟ, ਮੇਰੀ ਬੈਟਰੀ ਵੀ ਕਮਜ਼ੋਰ ਹੋ ਗਈ ਹੈ, ਇਹਦੇ ਵੀ ਭੂਤ ਕੱਢੀ ਹੈ, ਇੱਕ ਮਿੰਟ ਠਹਿਰੋ। ਸੋ ਆਪਾਂ ਉੱਥੇ ਦੇਖਦੇ ਹਾਂ ਕਿ ਉਹਨਾਂ ਨੂੰ ਉੱਥੋਂ ਭਜਾਤਾ। ਓਕੇ, ਹੁਣ ਤੁਸੀਂ ਆਪ ਹੀ ਸੋਚੋ, ਉਹਨਾਂ ਦੇ ਪਿਓ ਦਾ ਕਿੱਡਾ ਉੱਚਾ ਨਾਮ ਬਣਿਆ ਹੋਣਾ, ਬੱਲੇ ਓਏ ਤੇਰੇ ਪੁੱਤਰਾਂ ਨੇ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਇਕੱਠੇ ਹੀ 7। ਉਦੋਂ ਐਫੈਸਸ ਦੇ ਬਾਜ਼ਾਰਾਂ ਦੇ ਵਿੱਚ ਦੀ ਨੰਗੇ ਭੱਜੇ ਜਾਂਦੇ। ਹੋਏ ਕੀ ਹੋ ਗਿਆ ਪਤਾ ਨਹੀਂ, ਇੰਨਾ ਸੁਣਿਆ ਕਿ ਭੂਤਾਂ ਨੇ ਕੁੱਟ ਕੇ ਭੇਜਿਆ ਉਹਨਾਂ ਨੂੰ ਉੱਥੋਂ, ਕੁੱਟ ਖਾ ਕੇ ਨਿਕਲੇ ਉੱਥੋਂ, ਉਹਨਾਂ ਨੇ ਕੱਪੜੇ ਵੀ ਨਹੀਂ ਛੱਡੇ ਉੱਤੇ, ਲਹੂ ਲੁਹਾਨ ਕਰਕੇ ਉਹਨਾਂ ਨੂੰ ਉੱਥੋਂ ਭਜਾਇਆ। ਨਹੀਂ, ਆਪਾਂ ਇਮੈਜਿਨ ਕਰੀਏ ਕਿ ਉੱਥੇ ਲਿਖਿਆ ਕਿ ਉਹਨਾਂ ਦੇ ਨਾਲ ਇਹ ਹਾਲਾਤ ਹੋਈ ਤਾਂ ਉੱਥੋਂ ਨਾ ਕੱਢਿਆ। ਉਹਨਾਂ ਦਾ ਪਿਓ ਦਾ ਟਾਈਟਲ ਸਾਨੂੰ ਪਹਿਲਾਂ ਦੱਸਿਆ ਗਿਆ ਕਿ ਪਿਓ ਕੌਣ ਸੀਗਾ। ਉਹਨਾਂ ਨੂੰ ਕੁਛ ਹੋਣਾ ਹੀ ਆ, ਕੁਛ ਦਿਮਾਗ ਦੇ ਵਿੱਚ ਚੜਿਆ ਉਹਨਾਂ ਨਸ਼ਾ ਕਿ ਸਾਡਾ ਪਿਓ ਟਾਈਟਲ ਵਾਲਾ, ਅਸੀਂ ਵੀ ਕੁਛ ਕਰਕੇ ਦਿਖਾਈਏ, ਰਾਈਟ। ਜਦੋਂ ਸਾਨੂੰ ਅਧਿਕਾਰ ਦਾ ਨਹੀਂ ਪਤਾ, ਸਾਨੂੰ ਯਿਸੂ ਦਾ ਨਹੀਂ ਪਤਾ, ਅਸੀਂ ਦੂਜੇ ਦਾ ਹਦਾਰਾ ਲੈ ਕੇ, ਅਥਾਰਟੀ ਨਾ, ਜਿਹੜੀ ਅਥਾਰਟੀ ਅਧਿਕਾਰ ਹੈ ਨਾ, ਇਹ ਹਦਾਰੇ ਨਹੀਂ ਲਈ ਜਾਂਦੇ। ਇਹ ਆਪ ਦੇ ਕੋਲੇ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਮਸੀਹ ਦੇ ਵਿੱਚ ਕੌਣ ਆ, ਰਾਈਟ। ਹਾਂ, ਮੈਂ ਇਹ ਵੀ ਕਹਿਣਾ ਹੁੰਦਾ ਹੈ। ਸਾਡੇ ਪਿੰਡ ਦੇ ਵਿੱਚ ਪਤਾ ਕੀ ਹੋਇਆ, ਇੱਕ ਵਾਰ ਸਾਡੇ ਪਿੰਡ ਵਿੱਚ ਜੋ ਅਸੀਂ ਜਾ ਕੇ ਚਰਚ ਬਣਾਈ ਨਾ, ਇਹ ਪਾਸਟਰ ਨੂਰ ਤੋਂ ਪਹਿਲਾਂ ਦੀ ਗੱਲ ਹੈ, ਠੀਕ ਹੈ ਨਾ। ਸੋ ਪਾਸਟਰ ਨੂਰ ਵਾਲਾ ਦੇਖਿਓ, ਓਕੇ। ਇਸ ਤੋਂ ਪਹਿਲਾਂ ਇੱਕ ਪਾਸਟਰ ਸੀਗਾ, ਉਹਨੇ ਪਤਾ ਕੀ ਕੀਤਾ ਕਿ ਬਾਹਰੋਂ ਕਿਸੇ ਪਾਸਟਰ ਨੂੰ ਸਾਡੇ ਪਿੰਡ ਵਿੱਚ ਲੈ ਗਿਆ। ਅਸੀਂ ਤਾਂ ਉੱਥੇ ਚਰਚ ਖੋਲ੍ਹੀ, ਸਾਡੇ ਪਿੰਡ ਵਿੱਚ ਕੋਈ ਮਸੀਹ ਜਾਣਦਾ ਹੀ ਨਹੀਂ ਸੀ ਕਿਸੇ ਨੂੰ। ਜਦੋਂ ਅਸੀਂ ਉੱਥੇ ਚਰਚ ਖੋਲ੍ਹੀ ਅਤੇ ਸਾਡੇ ਮਗਰੋਂ, ਅਸੀਂ ਤਾਂ 6 ਮਹੀਨੇ ਇੱਕ ਵਾਰ ਜਾਂਦੇ ਸੀਗੇ, ਉਹ ਕੋਈ ਪਾਸਟਰ ਨੂੰ ਉੱਥੇ ਲੈ ਕੇ ਚਲਿਆ ਗਿਆ। ਜਦੋਂ ਘਰ ਦੇ ਵਿੱਚ ਉੱਥੇ ਸਾਡੇ ਪਿੰਡ ਲੈ ਕੇ ਚਲੇ ਗਏ ਨਾ, 2 ਕੁੜੀਆਂ ਸੀਗੀਆਂ ਮੇਰੇ ਕੋਲ 17-18 ਸਾਲ ਦੀਆਂ। ਉਹ ਪਤਾ ਨਹੀਂ ਕਿਹੜਾ ਪਾਸਟਰ ਤੋਂ ਉਹਨਾਂ ਨੇ ਜੁੰਡੇ ਜਾਂਡੇ ਖਿੱਚ ਕੇ ਵਾਲ ਵੂਲ ਥੱਪੜ ਮਾਰ ਕੇ ਉਹਨਾਂ ਦਾ ਭੂਤ ਕੱਢਣ ਦੀ ਕੋਸ਼ਿਸ਼ ਕੀਤੀ, ਹੈ ਨਾ। ਜਦੋਂ ਅਸੀਂ ਵਾਪਸ ਗਏ 6 ਮਹੀਨੇ, ਉਹ ਤਾਂ ਮੇਰੇ ਕੋਲ ਆ ਗਈਆਂ ਕੁੜੀਆਂ, ਅੰਕਲ 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 ਪਾਸਟਰ ਨੇ ਸਾਨੂੰ ਕੁੱਟਿਆ। ਮੈਂ ਕਿਹਾ ਹਾਏ, ਸਾਡੇ ਹੁੰਦੇ ਸੀ ਤਾਂ ਪਾਸਟਰ ਬਾਹਰੋਂ ਆਣ ਕੇ ਕੁੱਟ ਗਿਆ ਹੈ। ਮੈਂ ਕਿਹਾ ਕਿਹੜਾ ਪਾਸਟਰ, ਕਿਹਨੇ ਤੁਹਾਨੂੰ ਕੁੱਟਿਆ ਹੈ। ਮੈਂ ਉਹ ਪਾਸਟਰ ਨੂੰ ਸੱਦਿਆ, ਮੈਂ ਕਿਹਾ ਕਿਹਨੂੰ ਲੈ ਕੇ ਆਂਦਾ ਇੱਥੇ। ਉਹ ਕਹਿੰਦਾ ਨਹੀਂ ਯਾਰ ਉਹ ਸੀਗਾ। ਮੈਂ ਕਿਹਾ ਕੌਣ ਸੀਗਾ। ਮੈਂ ਕਿਹਾ ਤੈਨੂੰ ਸਾਡੇ ਪਿੰਡ ਦੀਆਂ ਕੁੜੀਆਂ ਨੂੰ ਕਟਾਉਣ ਵਾਸਤੇ ਥੋੜ੍ਹਾ ਬਿਠਾ ਕੇ ਗਿਆ ਸੀਗਾ ਮੈਂ ਕਿਹਾ ਹੋਇਆ ਕੀ। ਉਹ ਕਹਿੰਦੇ ਅੰਕਲ ਸਾਡੇ ਤਾਂ ਮੂੰਹ 'ਤੇ ਥੱਪੜ ਮਾਰੇ, ਸਾਡੇ ਵਾਲ ਖਿੱਚੇ। ਮੈਂ ਕਿਹਾ ਤਾਂ ਵੀ ਮੈਂ ਪਾਸਟਰ ਨੂੰ ਮੈਂ ਕਿਹਾ ਪੁੱਛਿਆ ਦੱਸ ਤਾਂ ਸੇ ਹੋਇਆ ਕਿਸੇ ਕੁੱਟ ਕੇ ਕੀ ਹੋ ਗਿਆ। ਉਹ ਕਹਿੰਦਾ ਨਹੀਂ, ਕਹਿੰਦਾ ਇਹਨਾਂ 'ਚ ਬਦਰੂਹਾਂ ਕੱਢਦਾ ਸੀਗਾ। ਮੈਂ ਕਿਹਾ ਤੂੰ ਉਹਨੂੰ ਲਿਆ, ਮੈਂ ਉਹਦੀ ਬਦਰੂ ਮੈਂ ਕੱਢਾਂ। ਮੈਂ ਕਿਹਾ ਹੁਣ ਹੈ ਪਤਾ ਕੀ ਹੈ, ਸਾਨੂੰ ਇਹ ਆ ਕਿ ਜਿਹੜਾ ਕੁਛ ਅਸੀਂ ਪਹਿਲਾਂ ਉਹ ਡੇਰਿਆਂ ਦੇ ਉੱਤੇ ਕਰਦੇ ਸੀ ਨਾ, ਹੈ ਨਾ, ਅਸੀਂ ਉਹ ਕੁਛ ਫੜ ਕੇ ਨਾ ਬਸ ਹੁਣ ਅਸੀਂ ਬਾਈਬਲ ਦੇ ਵਿੱਚ ਕਿੱਥੇ ਲਿਖਿਆ ਲੋਕਾਂ ਨੂੰ ਕੁੱਟੋ, ਬਾਈਬਲ ਦੇ ਵਿੱਚ ਕਿੱਥੇ ਲਿਖਿਆ ਵਾਲ ਖਿੱਚੋ। ਹਾਂ, ਮੈਂ ਅੱਗੇ ਦੱਸਦਾ ਨਾ, ਇੱਕ ਪਿੰਡ ਅਸੀਂ ਗਏ ਸੀਗੇ, ਉੱਥੇ ਪਤਾ ਉਹ ਭੈਣ ਬਦਰੂ ਕੱਢਣ ਲਈ, ਉਹ ਪਤਾ ਕੀ ਕਹਿੰਦੀ ਸੀ, ਉਹ ਬਦਰੂ ਨੂੰ ਕਹੀ ਜਾਵੇ, ਕਹਿੰਦੀ ਤੂੰ ਨਿਕਲਦੀ ਕਿ ਨਹੀਂ, ਕਹਿੰਦੀ ਆ ਛਿੱਤਰ ਘੋਲ ਕੇ ਪਾਣੀ ਦੇ ਨਾ ਬਾਲਟੀ 'ਚ, ਕਹਿੰਦੀ ਮੈਂ ਤੈਨੂੰ ਪਿਆਉਂਦੀ ਆ। ਮੈਂ ਕਿਹਾ ਤੇਰਾ ਭਲਾ ਜਾਵੇ, ਜੇ ਨਹੀਂ ਵੀ ਬਦਰੂ ਆਉਣਾ ਤਾਂ ਬਦਰੂ ਜੂਹ ਵਿੱਚ ਉਹਦੀ ਜਾਊਗੀ। ਪਤਾ ਨਹੀਂ ਕਿਹਦੇ ਪੈਰਾਂ ਦੇ ਛਿੱਤਰ ਉਹਨੇ ਘੋਲ ਕੇ ਉਹਨੂੰ ਪਿਆਉਣ ਲੱਗੀ ਆ, ਰਾਈਟ। ਮੈਂ ਸਭ ਕੁਛ ਦੇਖਿਆ। ਇੱਕ ਵਾਰ ਮੈਂ ਪੁੱਛਿਆ, ਮੈਂ ਕਿਹਾ ਆਹ ਕੀ ਹਿਸਾਬ ਕਿਤਾਬ, ਮੈਨੂੰ ਸਮਝਦੀ ਨਹੀਂ ਆਉਂਦੀ ਇੱਥੇ ਕੀ ਬਹੁਤ ਕੁਛ ਇੱਥੇ ਹੋਣ ਡਿਆ ਬਦਰੂਆਂ ਦੇ ਨਾਲ ਨਾ ਇੱਦਾਂ ਕਰਦੇ। ਉਹ ਕਹਿੰਦਾ ਨਹੀਂ ਪਾਸਟਰ ਤੈਨੂੰ ਨਹੀਂ ਪਤਾ, ਇਹ ਪੰਜਾਬ ਦੇ ਭੂਤ ਆ, ਇਹ ਇੱਦਾਂ ਹੀ ਛਿੱਤਰਾਂ ਨਾਲ ਹੀ ਨਿਕਲਦੇ ਆ। ਲੈ ਲਓ। ਮੈਂ ਕਿਹਾ ਮੈਨੂੰ ਇਹ ਨਹੀਂ ਪਤਾ ਸੀ ਕਿ ਵੀ ਭੂਤਾਂ ਦੀ ਵੀ ਸਿਟੀਜ਼ਨਸ਼ਿਪ ਹੁੰਦੀ ਹੈ, ਹੈ ਨਾ, ਵੀ ਪੰਜਾਬ ਦੇ ਅਲੱਗ ਆ ਅਤੇ ਸਿੰਗਾਪੁਰ ਦੇ ਅਲੱਗ ਆ ਅਤੇ ਇੰਡੀਆ ਦੇ ਅਲੱਗ ਆ। ਦੇਖੋ ਆਪਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਆ ਕਿ ਬਾਈਬਲ ਦੇ ਵਿੱਚ ਇਹ ਗੱਲ ਹੈਗੀ ਕਿ ਹੈ ਨਹੀਂ ਗੀ। 2 ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ, ਮਸੀਹ ਦੇ ਵਿੱਚ ਅਸੀਂ ਕੌਣ ਆ ਔਰ ਉਹਨੇ ਸਾਨੂੰ ਜਿਹੜਾ ਅਧਿਕਾਰ ਦਿੱਤਾ ਹੋਇਆ, ਰਾਈਟ। ਇਸ ਵਾਸਤੇ ਜਿਹੜੀ ਬੁੱਧਵਾਰ ਆ ਨਾ, ਵੈਨਸਡੇ ਜਿਹੜੀ ਆਪਣੀ ਮੀਟਿੰਗ ਹੁੰਦੀ ਆ, ਜਿਹੜੀ ਬੁੱਧਵਾਰ ਦੀ ਮੀਟਿੰਗ ਹੁੰਦੀ ਆ, ਉਹਦੇ ਵਿੱਚ ਅਸੀਂ ਟੀਚਿੰਗ ਦਿੰਦੇ। ਟੀਚਿੰਗ ਦਾ ਮਤਲਬ ਸਿਖਾਉਂਦੇ ਹਾਂ। ਅੱਜ ਤਾਂ ਮੈਂ ਪ੍ਰਚਾਰ ਕਰ ਰਿਹਾ, ਉੱਦਾਂ ਸਿਖਾਉਂਦੇ ਹਾਂ ਕਿ ਪਰਮੇਸ਼ਰ ਕੌਣ ਆ, ਹੈ ਨਾ। ਪਰਮੇਸ਼ਰ ਨੇ ਪਵਿੱਤਰ ਆਤਮਾ ਭੇਜਿਆ ਕਾਹਦੇ ਵਾਸਤੇ, ਕਿਰਪਾ ਕਿਹੜੀ ਚੀਜ਼ ਆ, ਉੱਥੇ ਆਪਾਂ ਸਿੱਖਦੇ ਹਾਂ। ਫਿਰ ਸਿੱਖ ਕੇ ਆਪਾਂ ਪ੍ਰੈਕਟਿਸ ਕਰਦੇ। ਪ੍ਰੈਕਟਿਸ ਦਾ ਮਤਲਬ ਜੇ ਕੋਈ ਬਿਮਾਰ ਆ ਨਾ, ਤੁਸੀਂ ਆਪ ਹੱਥ ਰੱਖ ਕੇ ਪ੍ਰਾਰਥਨਾ ਕਰਿਆ ਕਰੋ,
ਤੁਸੀਂ ਆਪ ਹੀ ਹੈਰਾਨ ਹੋ ਪਾਸਟਰ, ਮੈਂ ਹੱਥ ਰੱਖੇ ਪਾਸਟਰ, ਮੇਰੇ ਹੱਥ ਦੇ ਰਾਹੀਂ ਪਾਸਟਰ, ਉਹਨੇ ਤੇਰੇ ਹੱਥ ਨਹੀਂ ਸੀਗੇ, ਮਸੀਹ ਦੇ ਹੱਥ ਤੇਰੇ ਉੱਤੇ ਸੀਗੇ, ਪਵਿੱਤਰ ਆਤਮਾ ਦਾ ਮਸਾ ਤੇਰੇ ਉੱਤੇ ਸੀਗਾ, ਔਰ ਪਰਮੇਸ਼ਰ ਨੇ ਕੰਮ ਕੀਤੇ ਆ। ਮੇਰੇ ਭੈਣਾਂ ਤੋਂ ਭਰਾਵੋ, ਇੰਨੀ ਦੁਨੀਆ ਅਜੇ ਬਚਾਉਣ ਵਾਲੀ ਪਈ ਆ, ਕਿੰਨੇ ਕੁ ਪੌਲ ਹੋਣਗੇ, ਕਿੰਨੇ ਕੁ ਪੌਲ ਹੋਣਗੇ। ਪਰਮੇਸ਼ਰ ਨੇ ਆਪਦਾ ਕੰਮ ਫੇਰ ਕਰਨਾ ਹੈ, ਰਾਈਟ। ਸੋ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਪਹਿਲਾਂ ਆਪਾਂ ਨੂੰ ਪਤਾ ਕਿ ਜਦੋਂ ਪਰਮੇਸ਼ਰ ਉਸ ਜਗ੍ਹਾ ਦੇ ਵਿੱਚ ਆਪਦਾ ਕੰਮ ਕਰਦਾ ਹੈ, ਉੱਥੇ ਕੀ ਹੁੰਦਾ ਹੈ, ਉੱਥੇ ਛੁਟਕਾਰਾ ਹੁੰਦਾ ਹੈ। ਦੂਸਰੀ ਗੱਲ, ਜਿੱਥੇ ਪਰਮੇਸ਼ਰ ਦਾ ਕੰਮ ਹੁੰਦਾ ਹੈ, ਉੱਥੇ ਜਿਹੜੇ ਝੂਠੇ ਕੰਮ ਹੁੰਦੇ ਨਾ, ਇਹੋ ਜਿਹੇ ਪਖੰਡੀ ਕੰਮ, ਉਹ ਸਾਹਮਣੇ ਆ ਜਾਂਦੇ ਆ। ਇਹ ਜਿਹੜੇ ਪਖੰਡੀ ਕੰਮ ਕਰਦੇ ਸੀ ਨਾ, ਸਾਰਿਆਂ ਦੇ ਸਾਹਮਣੇ ਆ ਗਏ ਕਿ ਇਹਨਾਂ ਦੇ ਛਿੱਤਰ ਪੈਣ ਡਏ ਆ, ਇਹਨਾਂ ਦੇ ਵਿੱਚ ਪਾਵਰ ਨਹੀਂ ਹੋ ਸਕਦਾ, ਰਾਈਟ। ਔਰ ਤੀਸਰੀ ਗੱਲ ਮੈਂ ਛੇਤੀ ਦੇਣੀ ਦੱਸਣੀ ਚਾਹੁੰਦਾ, ਇਹ ਜਦੋਂ ਪਰਮੇਸ਼ਰ ਦਾ ਇੱਕ ਜਗ੍ਹਾ ਦੇ ਵਿੱਚ ਕੰਮ ਹੁੰਦਾ ਨਾ, ਕਨਵਿਕਸ਼ਨ ਨੂੰ ਹੁਣ ਕਿਹੜਾ ਸ਼ਬਦ ਵਰਤਾਂਗੇ, ਮੈਨੂੰ ਕੋਈ ਹੈਲਪ ਕਰੋ ਹੁਣ। ਕਨਵਿਕਸ਼ਨ, ਜਦੋਂ ਬੰਦਾ ਅੰਦਰੋਂ ਦਿਲ ਦੇ ਵਿੱਚੋਂ ਵਿਸ਼ਵਾਸ ਰੱਖਦਾ ਹੈ, ਕਨਵਿਕਟ, ਕੋਈ ਵੀ ਕਨਵਿਕਸ਼ਨ ਨੂੰ ਕੀ ਕਹਾਂ, ਜਾ ਕੇ ਕਰਨ ਲੱਗਦੀ ਆ, ਕੀ ਅੰਜਨਾ, ਦਿਲ 'ਚ ਲੱਗਦੀ ਗੱਲ ਜਾ ਕੇ ਦਿਲ 'ਚ। ਅੱਛਾ, ਜਿਹੜੀ ਦਿਲ ਚੋਂ ਗੱਲ ਲੱਗਦੀ ਆ, ਜੋ ਆਪਾਂ ਦਿਲ ਦੇ ਵਿੱਚੋਂ ਵਿਸ਼ਵਾਸ ਰੱਖਦੇ ਆ, ਕਨਵਿਕਸ਼ਨ ਕਹਿੰਦੇ ਉਹਨੂੰ, ਰਾਈਟ। ਓਕੇ, 17ਵੀਂ ਆਇਤ ਪੜੋ ਹੁਣ ਛੇਤੀ ਦੇਣੇ। ਇਸ ਗੱਲ ਦਾ ਪਤਾ ਅਫਸੂਸ ਵਿੱਚ ਰਹਿਣ ਵਾਲੇ ਸਭ ਯਹੂਦੀਆਂ ਅਤੇ ਯੂਨਾਨੀਆਂ ਨੂੰ ਲੱਗ ਗਿਆ। ਓਕੇ, ਇੱਕ ਮਿੰਟ ਰੁਕੋ। ਇੱਥੇ ਲਿਖਿਆ ਹੈ ਜਿੰਨੇ ਯਹੂਦੀ ਸੀ, ਜਿੰਨੇ ਯੂਨਾਨੀ ਸੀਗੇ ਐਫੈਸਸ ਸ਼ਹਿਰ ਦੇ ਵਿੱਚ, ਸਾਰਿਆਂ ਨੂੰ ਪਤਾ ਲੱਗ ਗਿਆ। ਤੁਹਾਡੇ ਖਿਆਲ ਕਿਹੜੀ ਗੱਲ ਦਾ ਪਤਾ ਲੱਗਿਆ ਹੋਣਾ, ਕਿਹੜੀ ਗੱਲ ਦਾ ਪਤਾ ਲੱਗਿਆ ਹੋਣਾ ਉਹਨਾਂ ਨੂੰ? ਇਸੇ ਗੱਲ ਦਾ ਪਤਾ ਲੱਗਿਆ ਹੋਣਾ ਹੈ ਜਦੋਂ 7 ਬੰਦੇ ਨੰਗੇ ਭੱਜੇ ਫਿਰਦੇ ਬਾਜ਼ਾਰ ਵਿੱਚ ਦੀ। ਸਭ ਤੋਂ ਵੱਡੀ ਗੱਲ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਹੋਣਾ ਹੈ ਨਾ, ਇਹ ਜਿਹੜੇ ਕੁੱਟ ਕੇ ਭਜਾਏ ਸੀ ਨਾ ਭੂਤਾਂ ਨੇ, ਰਾਈਟ, ਉਹਨਾਂ ਦੀ ਪਹਿਲਾਂ ਖਬਰ ਪਹੁੰਚੀ ਹੋਣੀ ਆ, ਸਾਰੇ ਸ਼ਹਿਰ 'ਚ ਪਤਾ ਲੱਗ ਗਿਆ। ਓਕੇ, ਔਰ ਜਦੋਂ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਦੇ ਮਨਾਂ ਵਿੱਚ ਕੀ ਹੋਇਆ? ਮੈਂ ਦੱਸਿਆ, ਜਦੋਂ ਪਵਿੱਤਰ ਆਤਮਾ, ਜਦੋਂ ਪਰਮੇਸ਼ਰ ਦਾ ਕੰਮ ਕਰਦਾ ਨਾ, ਇਨਸਾਨਾਂ ਦੇ ਦਿਲਾਂ ਨੂੰ ਛੂਹ ਲੈਂਦਾ ਹੈ, ਉਹ ਛੂਹ ਲੈਂਦਾ ਹੈ। ਕੋਈ ਸ਼ੱਕ ਨਹੀਂ ਰਹਿੰਦਾ ਉੱਥੇ, ਫਿਰ ਕੋਈ ਸ਼ੱਕ ਨਹੀਂ ਰਹਿੰਦਾ ਕਿ ਪਰਮੇਸ਼ਰ ਇੱਥੇ ਕੰਮ ਕਰ ਰਿਹਾ ਹੈ, ਰਾਈਟ। ਉੱਥੇ ਕੀ ਲਿਖਿਆ ਅੱਗੇ ਜੋਤੀ, ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਕੀ, ਉਹਨਾਂ ਸਾਰਿਆਂ ਤੇ ਭੈ ਛਾ ਗਿਆ, ਉਹਨਾਂ ਸਾਰਿਆਂ ਉੱਤੇ ਭੈ ਆ ਗਿਆ, ਡਰ ਆ ਗਿਆ। ਕਿਹਦਾ ਡਰ ਆ ਗਿਆ? ਪਰਮੇਸ਼ਰ ਦਾ ਡਰ ਆ ਗਿਆ, ਰਾਈਟ। ਔਰ ਇਹ ਵੀ ਲਿਖਿਆ ਹੈ ਕਿ ਉੱਥੇ ਯਿਸੂ ਦੇ ਨਾਂ ਦੀ ਮਹਿਮਾ ਹੋਈ। ਓਕੇ, ਮਹਿਮਾ ਹੋਈ, ਰਾਈਟ। ਓਕੇ, 18ਵੀਂ ਆਇਤ ਪੜ੍ਹੋ, ਕੀ ਲਿਖਿਆ? ਜਿਨ੍ਹਾਂ ਨੇ ਵਿਸ਼ਵਾਸ ਕੀਤਾ, ਉਹਨਾਂ ਵਿੱਚੋਂ ਬਹੁਤਿਆਂ ਨੇ ਖੁੱਲ੍ਹੇਆਮ ਸਵੀਕਾਰ ਕਰਕੇ ਆਪਣੇ